पद पंकज बंदन पद पंकज बंदन सिमरो अंगद दोख निकंदन। अमरदास गुर ਹਿਰਦੈ ਤੇ ਆਵੋ, ਹਿਰਦੈ ਤੇ ਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਘਨਨ ਕੇ ਨਾਸਿਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਿਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰਉ ਤਰਾ ਧਰ ਪੁਨ ਪੁਨ ਸੀਸ ਜੀ, ਪੁਨ ਪੁਨ ਸੀਸ। ਬੰਦੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਸ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਸ੍ਰੀ ਗੁਰ ਕਰਤੇ ਵਹਿਰ ਕੋ ਦਿਏ ਚੁਪਾਕ ਬਗਾਏ। ਪਰੇ ਜਾਇ ਕਰ ਤਹ ਕਛੂ ਸਿੱਖ ਹੁੱਤੇ ਜਿਸ ਥਾਏ। ਪਰਮ ਸਨਮਾਨਯੋਗ ਰਾਜਾਨ ਰਾਜ ਪਾਨਾਨ ਪਾਨ ਦੀਵਾਨ ਦੇ ਹੁਕਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ। ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ, ਆਓ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਬਖਸ਼ਿਸ਼ ਮਹਾਰਾਜ ਜੀ ਕੇ ਨਾ ਪਵਿੱਤਰ ਸਥਾਨਾਂ ਤੇ ਜੁੜ ਬੈਠ ਕਰ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਜੋ ਨਿਤ ਮਹਾਰਾਜ ਜੀ ਕੇ ਨਾ ਪਵਿੱਤਰ ਸਥਾਨਾਂ ਤੇ ਹੁੰਦੀ ਹੈ, ਚੱਲਦੀ ਆ ਰਹੀ ਲੜੀ ਤਹਿਤ ਥੋੜ੍ਹਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਆਪਾਂ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ। ਰਸਨਾ ਨੂੰ ਪਵਿੱਤਰ ਕਰਨਾ ਜੀ, ਗੁਰੂ ਫਤਿਹ ਨਾਲ ਸਾਂਝ ਪਾਉਣੀ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਜੋ ਇਤਿਹਾਸ ਆਪ ਸੰਗਤ ਸਰਵਣ ਕਰਦੇ ਆ ਰਹੇ ਹੋ, ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਹੁਕਮਾਂ ਦੇ ਨਾਲ ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਆਪਣੇ ਪਾਸ ਇੱਕ ਕਿਲ੍ਹੇ ਦੀ ਕੈਦ ਵਿੱਚ ਪਾਇਆ ਹੈ। ਉਸ ਤੋਂ ਪਹਿਲਾਂ ਇੱਕ ਭਿਆਨਕ ਹਵੇਲੀ ਦੇ ਅੰਦਰ ਰੱਖਿਆ ਗਿਆ, ਜਿੱਥੋਂ ਦੀ ਮਨੌਤ ਇਹ ਸੀ ਵੀ ਇੱਥੇ ਕੋਈ ਪ੍ਰੇਤ ਵਸਦੇ ਨੇ, ਤੇ ਜੋ ਵੀ ਕੋਈ ਮਨੁੱਖ ਉਸ ਦੇ ਪਾਸ ਜਾਂਦਾ ਜਾਂ ਉੱਥੇ ਰਹਿਣ ਦਾ ਯਤਨ ਕਰਦਾ, ਭੈ ਨਾਲ ਉਸ ਦੀ ਮੌਤ ਹੋ ਜਾਂਦੀ ਜਾਂ ਉਸ ਸਥਾਨ ਤੋਂ ਡਰਦਾ ਹੋਇਆ ਦੌੜ ਜਾਂਦਾ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕੁਛ ਦਿਨ ਉਸ ਹਵੇਲੀ ਅੰਦਰ ਰਹੇ। ਆਨੰਦ ਬਣ ਗਿਆ।
ਕਿਉਂਕਿ ਨਾਮ ਦੀ ਬਖਸ਼ਿਸ਼ ਐਸੀ ਹੈ, ਮਹਾਰਾਜ ਪਵਿੱਤਰ ਬਾਣੀ ਵਿੱਚ ਵੀ ਲਿਖਦੇ ਹਨ, ਜਿਸ ਮਨੁੱਖ ਦੇ ਪਾਸ ਨਾਮ ਦੀ ਬਖਸ਼ਿਸ਼ ਹੈ, ਦਾਤ ਹੈ, ਉੱਥੇ ਐਸੀ ਕੋਈ ਵੀ ਜਿਹੜੀ ਤਾਕਤ ਹੈ, ਜਿਵੇਂ ਭੂਤ ਪ੍ਰੇਤ ਆਦਿਕ ਅਸ਼ੁੱਧ ਸ਼ਕਤੀ, ਕੁਝ ਵੀ ਨਹੀਂ ਵਾਪਰ ਸਕਦਾ। ਸੋ ਉਸ ਤੋਂ ਬਾਅਦ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਬੁਲਾਇਆ ਜਾਂਦਾ ਔਰੰਗਜ਼ੇਬ ਦੀ ਸਭਾ ਦੇ ਅੰਦਰ, ਤੇ ਉੱਥੇ ਕੁਝ ਸਵਾਲ ਪੁੱਛੇ ਜਾਂਦੇ ਨੇ, ਸਵਾਲ ਜਵਾਬ ਹੁੰਦੇ ਨੇ। ਇਸ ਤੋਂ ਪਹਿਲਾਂ ਇੱਕ ਘਟਨਾ ਹੈ ਸਾਡੇ ਇਤਿਹਾਸ ਦੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਦਿਨ ਆਪਣੀ ਮੌਜ ਵਿੱਚ ਕੁਝ ਭੋਜਨ ਛਕ ਰਹੇ ਸਨ। ਭੋਜਨ ਛਕਣ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਭੋਜਨ ਦਾ ਕਿਨਕਾ ਇੱਕ ਸਿੱਖ ਨੂੰ ਮਿਲਿਆ, ਤੇ ਉਹਦੇ ਵਿੱਚ ਵੀ ਕਰਾਮਾਤੀ ਸ਼ਕਤੀਆਂ ਤਾਕਤਾਂ ਜਿਹੜੀਆਂ ਸਨ ਉਹ ਉੱਭਰ ਪਈਆਂ, ਉੱਠ ਖਲੋਤੀਆਂ। ਕਰਾਮਾਤ ਨੂੰ ਪਾ ਕਰਕੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਭੁੱਲ ਗਿਆ, ਤੇ ਆਪ ਇਹ ਸਮਝਣ ਲੱਗਾ ਕਿ ਮੈਨੂੰ ਸਭ ਕੁਝ ਪ੍ਰਾਪਤ ਹੋ ਗਿਆ, ਹੁਣ ਮੈਂ ਇਹ ਸਭ ਕਰ ਸਕਦਾ, ਭਾਵ ਤੁਰਕ ਨੂੰ ਮਾਤ ਪਾ ਸਕਦਾ। ਸੋ ਜਿਵੇਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਸ ਨੂੰ ਗਿਆਨ ਬਖਸ਼ਿਆ, ਉਸ ਦਾ ਜਿਹੜਾ ਜ਼ਿਕਰ ਹੈ ਉਹ ਇੱਥੇ ਭਾਈ ਸਾਹਿਬ ਜੀ ਕਰ ਰਹੇ ਹਨ। ਸ਼੍ਰੀ ਗੁਰੂ ਕਰਕੇ ਵਹਿਰ ਕੋ ਹਿਰਦੈ ਰੁਚ ਪਾਕ ਬਗਾਏ, ਪਰੇ ਜਾਏ ਕਰਤਾ ਹੈ ਕਛੂ ਸਿੱਖ ਹੋਤੋ ਜਿਸ ਥਾਏ। ਦਿੱਲੀ ਦਾ ਹੀ ਵਸਣ ਵਾਲਾ ਇੱਕ ਸਿੱਖ ਹੈ, ਮਹਾਰਾਜ ਜੀ ਕੇ ਚਰਨਾਂ ਨਾਲ ਪ੍ਰੇਮ ਕਰਦਾ, ਲੇਕਿਨ ਮਹਾਰਾਜ ਕੇ ਛਕੇ ਹੋਏ ਪ੍ਰਸ਼ਾਦੇ ਚੋਂ ਅੱਜ ਕਿਨਕਾ ਇਸ ਨੂੰ ਖਾਣ ਨੂੰ ਮਿਲ ਗਿਆ ਹੈ ਜੀ। ਚੌਪਈ ਇੱਕ ਸਿੱਖ ਨੇ ਲੈ ਕਰ ਮੁਖ ਪਾਇਓ। ਇੱਕ ਸਿੱਖ ਨੇ ਉਹ ਬਚਿਆ ਹੋਇਆ ਸ਼ੇਸ਼ ਜਿਹੜਾ ਪਦਾਰਥ ਹੈ ਉਸ ਨੂੰ ਆਪਣੇ ਮੁਖ ਵਿੱਚ ਰੱਖਿਆ ਹੈ। ਚੂਪਤ ਭਇਓ ਸਵਾਦ ਰਸ ਆਇਓ। ਤੇ ਜਿਸ ਵਕਤ ਮਹਾਰਾਜ ਜੀ ਕੇ ਬਚੇ ਹੋਏ ਸ਼ੇਸ਼ ਭੋਜਨ ਦਾ ਕਿਨਕਾ ਮੁਖ ਵਿੱਚ ਰੱਖਿਆ ਤੇ ਉਸ ਨੂੰ ਅਤਿਅੰਤ ਸਵਾਦ ਪ੍ਰਾਪਤ ਹੋਇਆ। ਗੁਰ ਉਸ਼ਿਸ਼ਟ ਕੋ ਕਰਿਓ ਆਹਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਆਹਾਰ ਕੀਤਾ ਸੀ, ਇਹ ਭੋਜਨ ਕੀਤਾ ਹੈ ਜੀ। ਸਖਤ ਸਹਿਤ ਪਾਤ ਛਿਨ ਪਾਰਾ। ਲੇਕਿਨ ਕਿਨਕਾ ਜਿਹੜਾ ਸਿੱਖ ਨੂੰ ਪ੍ਰਾਪਤ ਹੋਇਆ, ਸਿੱਖ ਨੇ ਉਸ ਨੂੰ ਛਕ ਲਿਆ, ਤੇ ਛਕਦਿਆਂ ਹੀ ਉਸ ਕਿਨਕੇ ਵਿੱਚੋਂ ਐਸੀ ਕਰਾਮਾਤ ਵਰਤੀ। ਕੁਦਰਤੀ ਕੋਈ ਗੁਰੂ ਕੀ ਕਿਰਪਾ ਹੈ, ਉਸ ਨੂੰ ਅਗੰਮੀ ਪੱਧਰ ਤੇ ਬਹੁਤ ਵੱਡੀ ਸ਼ਕਤੀ, ਬੜੀ ਵੱਡੀ ਤਾਕਤ ਹਾਸਲ ਹੋ ਗਈ ਹੈ। ਕਰ ਅਹੰਕਾਰ ਅਦਕੁਰ ਫੂਲਾ। ਤੇ ਜਿਵੇਂ ਹੀ ਉਸ ਨੂੰ ਵੱਡੀ ਤਾਕਤ ਪ੍ਰਾਪਤ ਹੋਈ ਹੈ, ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਹਨ ਕਿ ਫਿਰ ਉਹ ਹੰਕਾਰ ਕਰ ਬੈਠਾ। ਤਾਕਤ ਪਾ ਕਰਕੇ ਆਪਣੇ ਆਪ ਵਿੱਚ ਇਤਨਾ ਹੰਕਾਰੀ ਹੋਇਆ ਕਿ ਹੁਣ ਫੁੱਲੇ ਨਹੀਂ ਸਮਾ ਰਿਹਾ ਹੈ। ਜਾਨਤ ਭਇਓ ਨਾ ਕੋ ਮਮਤੂਲਾ। ਭੁੱਲ ਗਿਆ ਇਹ ਵੀ ਇਹ ਜਿਹੜੀ ਸ਼ਕਤੀ ਹੈ, ਜਿਹੜੀ ਤਾਕਤ ਮੈਨੂੰ ਮਿਲੀ ਹੈ, ਦੇਣ ਵਾਲਾ ਕੋਈ ਹੋਰ ਹੈ, ਇਹ ਮੇਰੀ ਨਹੀਂ, ਕਿਸੇ ਹੋਰ ਤੋਂ ਮਿਲੀ ਹੈ ਜੀ। ਇਸੀ ਪ੍ਰਕਾਰ ਭਈ ਪੁਨਸਾਰ। ਇਸ ਪ੍ਰਕਾਰ ਰਾਤ ਦਾ ਸਮਾਂ ਜਿਹੜਾ ਸੀ ਉਹ ਤੇ ਬਤੀਤ ਹੋ ਗਿਆ, ਤੇ ਉਸ ਤੋਂ ਅਗਲਾ ਜਿਹੜਾ ਦਿਨ ਪਨਸਾਰ ਤੋਂ ਭਾਵ ਸੂਰਜ ਚੜ ਗਿਆ, ਦਿਨ ਚੜ ਆਇਆ ਹੈ। ਸੂਰਜ ਉਦਿਓ ਮਿਟਿਓ ਅੰਧਕਾਰ। ਜਿਵੇਂ ਸੂਰਜ ਉਦੇ ਹੋਇਆ ਹੈ, ਸੂਰਜ ਦੀ ਰੋਸ਼ਨੀ ਦੇ ਨਾਲ ਰਾਤ ਦਾ ਹਨੇਰਾ ਜਿਹੜਾ ਹੈ ਉਹ ਵਿਨਸ ਗਿਆ ਹੈ, ਅੰਧਕਾਰ ਖਤਮ ਹੋਇਆ ਤੇ ਦਿਨ ਚੜ੍ਹਦਾ ਹੈ। ਤਬ ਤੁਰਕੇਸਰ ਕੇ ਨਰ ਆਏ। ਫਿਰ ਉਸੇ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਤੁਰਕੇਸ਼ਰ ਬਾਦਸ਼ਾਹ ਔਰੰਗਜ਼ੇਬ ਦੇ ਜਿਹੜੇ ਭੇਜੇ ਹੋਏ ਅਹਿਲਕਾਰ ਨੇ, ਜਿਨ੍ਹਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋ ਗ੍ਰਿਫਤਾਰ ਕਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕਿਲੇ ਵਿੱਚ ਲਿਆ ਕੇ ਕੈਦ ਕੀਤਾ ਹੈ, ਤੇ ਇਸ ਤੋਂ ਅੱਗੇ ਹੁਣ ਅਗਲੇ ਦਿਨ ਮਹਾਰਾਜ ਜੀਆਂ ਨੂੰ ਔਰੰਗਜ਼ੇਬ ਦੀ ਸਭਾ ਵਿੱਚ ਲਿਜਾਇਆ ਜਾਣਾ ਹੈ, ਗ੍ਰਿਫਤਾਰ ਕਰਕੇ ਕੈਦੀਆਂ ਵੱਤ। ਸੋ ਦਿਨ ਚੜ੍ਹਦਿਆਂ ਹੀ ਫਿਰ ਉਸ ਦੇ ਭੇਜੇ ਹੋਏ ਸਿਪਾਹੀ ਅਹਿਲਕਾਰ ਜਿਹੜੇ ਹਨ ਮਹਾਰਾਜ ਕੋ ਲੈਣ ਹਿਤ ਆਏ ਹਨ। ਸ਼ਾਂਤ ਰੂਪ ਸਤਿਗੁਰ ਜਿਸ ਥਾਏ। ਪਰੰਤੂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਹਿਰਦੇ ਦੇ ਅੰਦਰ ਤੇ ਮੁਖ ਤੇ ਰਤਾ ਪਰ ਵੀ ਕੋਈ ਕਿਸੇ ਕਿਸਮ ਦਾ ਭੈ ਨਹੀਂ ਹੈ। ਮਹਾਰਾਜ ਸ਼ਾਂਤ ਰੂਪ ਉਸੇ ਥਾਂ ਤੇ ਉਸੇ ਹੀ ਮੌਜ ਵਿੱਚ ਬੈਠੇ ਸਨ ਜਿਵੇਂ ਪਹਿਲੇ ਵਿਚਰਦੇ ਹਨ। ਨਹੀਂ ਪ੍ਰੇਤ ਨੇ ਕਛੂ ਬਿਗਾਰਾ। ਨਾ ਤੇ ਇਸ ਤੋਂ ਪਹਿਲਾਂ ਉਹ ਪ੍ਰੇਤ ਜਿਹੜਾ ਹਵੇਲੀ ਵਿੱਚ ਮੰਨਿਆ ਜਾਂਦਾ ਸੀ, ਜਿਹੜੀ ਡਰਾਉਣੀ ਹਵੇਲੀ ਵਿੱਚ ਮਹਾਰਾਜ ਜੀਆਂ ਨੂੰ ਰੱਖਿਆ ਗਿਆ ਦਿੱਲੀ, ਨਾ ਤਾਂ ਉਸਨੇ ਕੁਝ ਵਿਗਾੜਿਆ ਸੀ ਤੇ ਨਾ ਹੁਣ ਔਰੰਗਜ਼ੇਬ ਦਾ ਕੋਈ ਭੈ ਹੈ ਜੀ। ਨਹੀਂ ਤਰਸੇ ਬੈਠੇ ਸੁਖ ਪਾਰਾ। ਮਹਾਰਾਜ ਤੇ ਆਪਣੀ ਮੌਜ ਵਿੱਚ ਉਸੇ ਵੇਦੀ ਬੈਠੇ ਹਨ ਜਿਵੇਂ ਪਹਿਲੇ ਵਿਚਰਦੇ ਹਨ, ਅੱਜ ਵੀ ਉਸੇ ਤਰ੍ਹਾਂ ਆਪਣੀ ਮੌਜ ਦੇ ਅੰਦਰ ਗਰੀਬ ਨਿਵਾਸ ਸਤਿਗੁਰੂ ਵਿਰਾਜੇ ਹਨ। ਇਮ ਸੁਨ ਗੁਰੂ ਹਕਾਰਨ ਕਰੇ। ਇਮ ਸੁਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ
ਜਿਸ ਵਕਤ ਆਪਣੀ ਬਖਸ਼ਿਸ਼ ਵਰਤਾਈ ਆਪਣੇ ਪਾਸ ਬੁਲਾਇਆ ਹੈ। ਤੁਰ ਕੇਸਰ ਨੇ ਉਰ ਹਠ ਧਰੇ। ਤੇ ਉਹ ਜਿਹੜੇ ਸਿਪਾਹੀ ਲੈਣ ਆਏ ਸਨ ਉਹਨਾਂ ਨੂੰ ਪਾਸ ਬੁਲਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਵਰਤਾਲਾਪ ਕਰਨ ਲੱਗੇ। ਤੇ ਉਸ ਤੋਂ ਅੱਗੇ ਉਹ ਸਿਪਾਹੀ ਕਹਿੰਦੇ ਹਨ ਵੀ ਇਹ ਤੁਰਕੇਸ਼ ਬਾਦਸ਼ਾਹ ਔਰੰਗਜ਼ੇਬ ਦਾ ਇੱਕ ਹੱਠ ਹੈ ਵੀ ਉਹਨਾਂ ਨੇ ਤੁਹਾਨੂੰ ਇਸਲਾਮ ਦੇ ਵਿੱਚ ਲਿਆਉਣਾ ਹੈ ਜੀ। ਨਕਸੇ ਭਵਨ ਬਿਖੇਤੇ ਜਬੈ। ਨਕਸ਼ੇ ਭਵਨ, ਫਿਰ ਜਿਵੇਂ ਹੀ ਉਹ ਜੋ ਹੁਕਮ ਲੈ ਕੇ ਆਏ ਨੇ ਫਿਰ ਵਾਪਸ ਲੈ ਕੇ ਜਾਣਾ ਹੈ। ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਾਪਸ ਲੈ ਕੇ ਤੁਰਦੇ ਹਨ। ਮਿਲੇ ਸਿੱਖ ਸੰਗੀ ਜੇ ਤਬੈ। ਫਿਰ ਉਸ ਵਕਤ ਨਾ ਜਿਹੜੇ ਇੱਥੋਂ ਦੇ ਸੰਗੀ ਸਿੱਖ ਸਨ, ਜਿਵੇਂ ਜਿਹੜੇ ਮਹਾਰਾਜ ਕੇ ਦਰਸ਼ਨ ਪਾਉਣ ਆਉਂਦੇ ਸਨ, ਭਾਵੇਂ ਕਿ ਕੈਦ ਵਿੱਚ ਹੀ ਸਨ, ਹਵੇਲੀ ਵਿੱਚ ਵੀ ਪਹਿਰਾ ਲੱਗਾ ਹੋਇਆ ਸੀ, ਲੇਕਿਨ ਫਿਰ ਵੀ ਬਹੁਤ ਸਾਰੇ ਸਿੱਖ ਐਸੇ ਸਨ ਜਿਹੜੇ ਮਹਾਰਾਜ ਕੇ ਦਰਸ਼ਨ ਪਾਉਣ ਦੇ ਲਈ ਇੱਥੋਂ ਤੱਕ ਪਹੁੰਚ ਜਾਂਦੇ ਸਨ, ਦਿੱਲੀ ਪ੍ਰਵਾਸੀ। ਸੋ ਜਿਸ ਵਕਤ ਅੱਜ ਔਰੰਗਜ਼ੇਬ ਦੀ ਸਭਾ ਦੇ ਵਿੱਚ ਐਲਕਾਰ ਲੈ ਕੇ ਜਾ ਰਹੇ ਨੇ, ਸ਼ਾਹੀ ਸਿਪਾਹੀ ਲੈ ਕੇ ਜਾ ਰਹੇ ਨੇ, ਸੋ ਉਹ ਜਿਹੜੇ ਸਿੱਖ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਦਰਸ਼ਨ ਪਾਉਣ ਹਿਤ ਇੱਥੇ ਫਿਰ ਮਿਲਣ ਲਈ ਇਕੱਤਰ ਹੋਏ ਹਨ। ਬੰਦਨ ਕੀਨ ਚਰਨ ਸਿਰ ਧਰ ਕੈ। ਤੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਕੋ ਸੀਸ ਤੇ ਚਰਨਾਂ ਦੇ ਉੱਪਰ ਸੀਸ ਰੱਖ ਕਰਕੇ ਵੰਦਨਾ ਕੀਤੀ ਹੈ। ਬੋਲਿਓ ਦਵੈ ਕਰ ਜੋਰਨ ਕਰ ਕੈ। ਦੋਨੋਂ ਹੱਥ ਜੋੜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਰਨਾਂ ਦੇ ਉੱਪਰ ਸਿੱਖ ਨਮਸਕਾਰ ਕਰ ਰਹੇ ਸਨ। ਤੇ ਉਹ ਸਿੱਖ ਵੀ ਵਿੱਚ ਆਇਆ ਜਿਸ ਨੂੰ ਮਹਾਰਾਜ ਜੀ ਕੇ ਝੂਠੇ ਪ੍ਰਸ਼ਾਦੇ ਛਕਣ ਕਰਕੇ ਕੋਈ ਸ਼ਕਤ ਕੋਈ ਤਾਕਤ ਹਾਸਲ ਹੋਈ ਹੈ। ਸ੍ਰੀ ਸਤਿਗੁਰ ਕਯੋ ਸੰਕਟ ਸਈਐ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੰਗ ਸਿੱਖ ਵਿਚਾਰਾ ਕਰ ਰਹੇ ਸਨ। ਮਹਾਰਾਜ ਘੜੀ ਤੇ ਸੰਕਟ ਦੀ ਹੈ। ਜਿਵੇਂ ਦਾ ਤੁਰਕ ਬਾਦਸ਼ਾਹ ਹੁਕਮਰਾਨ ਫੈਸਲਾ ਕਰ ਰਿਹਾ ਹੈ, ਇਹਦਾ ਮਤਲਬ ਨਿਸ਼ਚੇ ਹੀ ਉਹ ਆਪ ਜੀ ਨੂੰ ਤੰਗ ਕਰੇਗਾ, ਆਪ ਜੀ ਦੇ ਉੱਪਰ ਕਸ਼ਟ ਦੇਵੇਗਾ ਜੀ। ਮੋਕੋ ਨੈਣ ਸੈਨ ਸੋ ਕਹੀਐ। ਤੇ ਸਿੱਖ ਕਹਿਣ ਲੱਗਾ ਮਹਾਰਾਜ ਇਹ ਜਿਹੜਾ ਹੈ ਨਾ, ਜੋ ਆਪ ਜੀਆਂ ਦੇ ਉੱਪਰ ਕਸ਼ਟ ਆਵੇ, ਬਾਦਸ਼ਾਹ ਔਰੰਗਜ਼ੇਬ ਹੁਜਤ ਕਰੇ, ਕੋਈ ਦੁੱਖ ਦੇਵੇ ਜਾਂ ਕਿਸੇ ਤਰੀਕੇ ਨਾਲ ਵੀ ਉਹ ਆਪ ਜੀ ਨੂੰ ਤੰਗ ਕਰੇ, ਇਹ ਮੇਰੇ ਸਹਿਣ ਤੋਂ ਵੱਸ ਦੀ ਗੱਲ ਨਹੀਂ ਹੈ, ਮੇਰੇ ਸਹਿਣ ਤੋਂ ਔਖਾ ਹੈ। ਭਾਵ ਮੈਂ ਇਹ ਸਭ ਕੁਝ ਸਹਿ ਨਹੀਂ ਸਕਦਾ ਹਾਂ। ਮੈਂ ਸਮਰੱਥ ਹੋ ਸਗਰੀ ਭਾਂਤ। ਤੇ ਸਿੱਖ ਬੜੇ ਮਾਣ ਨਾਲ ਕਹਿਣ ਲੱਗਾ ਮਹਾਰਾਜ ਮੈਂ ਸਮਰੱਥ ਹਾਂ। ਹੁਣ ਵੇਖੋ ਸ਼ਕਤੀ ਤਾਕਤ ਕਿੱਥੋਂ ਮਿਲੀ ਹੈ ਤੇ ਵਰਤਣੀ ਕਿਤੇ ਸ਼ੁਰੂ ਕਰ ਦਿੱਤੀ। ਇਹੀ ਅਸਲ ਵਿੱਚ ਸਾਡੇ ਵੀ ਮਨ ਦਾ ਸਭ ਤੋਂ ਵੱਡਾ ਭੁਲੇਖਾ ਹੁੰਦਾ ਗੁਰਮੁਖੋ। ਇਹ ਜਿਹੜੀ ਸਾਖੀ ਆਈ ਹੈ ਨਾ ਅੱਜ, ਇਹਦੇ ਉੱਪਰ ਬੜੀ ਟਿਕ ਕੇ ਦੀਰਘ ਵਿਚਾਰ ਦੀ ਲੋੜ ਹੈ, ਕਿਉਂਕਿ ਇਹ ਤਾਕਤ ਸਭ ਮਾਲਕ ਦੀਆਂ ਹੀ ਹੈ, ਮਾਲਕ ਦੀਆਂ ਹਨ। ਤੇ ਕਈ ਵਾਰ ਅਸੀਂ ਵਰਤਣੀਆਂ ਵੀ ਉੱਥੇ ਹੀ ਸ਼ੁਰੂ ਕਰ ਦਿੰਦੇ ਹਾਂ। ਸੋ ਸਿੱਖ ਕਹਿਣ ਲੱਗਾ ਮਹਾਰਾਜ ਆਪ ਜੀ ਕਿਉਂ ਬੇਅਦਬੀ ਕਰਨ, ਆਪ ਜੀ ਦੇ ਨਾਲ ਘੱਟ ਵੱਧ ਬੋਲਣ, ਆਪ ਜੀ ਦੇ ਉੱਪਰ ਕੋਈ ਨਾ ਕੋਈ ਤਸ਼ੱਦਦ ਕਰਨੇ, ਮੇਥੋਂ ਤਾਂ ਸਹਿਣ ਹੋਣਾ ਨਹੀਂ। ਇਸ ਲਈ ਮੈਂ ਸਮਰੱਥ ਹਾਂ, ਮੇਰੇ ਕੋਲ ਤਾਕਤ ਹੈ, ਮੈਂ ਇਹ ਸਭ ਕਰ ਸਕਦਾ ਹਾਂ ਜੀ। ਚਾਹੋ ਸੋ ਕਰੋ ਪਿਖੋ ਸਖਿਆਤ। ਜੇਕਰ ਆਪ ਜੀ ਨਹੀਂ ਯਕੀਨ ਮੰਨਦੇ ਤੇ ਆਪ ਆਪਣੇ ਨੇਤਰਾਂ ਨਾਲ ਵੇਖ ਸਕਦੇ ਹੋ, ਮੈਂ ਜੋ ਚਾਹਾਂ ਕਰ ਸਕਦਾ ਹਾਂ, ਮੇਰੇ ਅੰਦਰ ਇਤਨੀ ਅਜ਼ਮਤ ਹੈ ਜੀ। ਸੋ ਹਜ਼ਾਰ ਲੱਖਨ ਕਿਆ ਗਣੋ। ਮਹਾਰਾਜ ਇਹ ਨਾ ਸਮਝਣਾ ਵੀ ਉਹਨਾਂ ਕੋਲ 1000 ਸਿਪਾਹੀ ਨੇ ਜਾਂ ਲੱਖ ਸਿਪਾਹੀ ਨੇ। ਇੱਥੇ ਵੱਖ-ਵੱਖ ਸਰੀਰਾਂ ਦੀ ਗੱਲ ਨਹੀਂ ਹੈ, ਇੱਥੇ ਕੁਦਰਤੀ ਅਜ਼ਮਤ ਤਾਕਤ ਦੀ ਗੱਲ ਹੈ। ਸਿੱਖ ਕਹਿਣ ਲੱਗਾ ਮੇਰੇ ਪਾਸ ਇਤਨੀ ਤਾਕਤ ਹੈ ਕਿ 1000 ਲੱਖ ਸਿਪਾਹੀ ਤੇ ਉਹਦੇ ਸਾਹਮਣੇ ਕੁਝ ਵੀ ਨਹੀਂ ਹਨ। ਤੁਰਕ ਪਤ ਜੁਟ ਸਭ ਹਨ। ਜੇਕਰ ਮੈਂ ਆਪਣੀ ਆਈ ਤੇ ਆ ਜਾਵਾਂ, ਭਾਵ ਆਪਣੀ ਮੌਜ ਵਿੱਚ ਆ ਕੇ ਇਸ ਸ਼ਕਤ ਦੀ ਵਰਤੋਂ ਕਰਾਂ। ਤੁਰਕ ਪਤ ਦੋ ਸ਼ਬਦ ਨੇ। ਤੁਰਕ ਭਾਵ ਜਿਤਨੇ ਵੀ ਇਹ ਇਸਲਾਮੀ ਸਿਪਾਹੀ ਐਲਕਾਰ ਮੰਤਰੀ ਸੰਤਰੀ ਆਦਿਕ ਹਨ, ਤੇ ਤੁਰਕਪਤ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ, ਨੌਰੰਗ ਬਾਦਸ਼ਾਹ, ਜੇਕਰ ਮੈਂ ਚਾਹਾਂ ਮਹਾਰਾਜ ਤੇ ਮੈਂ ਇਹਨਾਂ ਸਾਰਿਆਂ ਨੂੰ ਸਮੇਤ ਬਾਦਸ਼ਾਹ ਆਪਣੀ ਸ਼ਕਤੀ ਦੇ ਨਾਲ ਖਤਮ ਕਰ ਸਕਦਾ ਹਾਂ। ਬਾਕੀ ਸੰਸਤ ਰਹਿ ਨ ਜੈਸੇ। ਬਾਕੀ ਸੰਸਤ, ਫਿਰ ਜੇ ਬਾਦਸ਼ਾਹ ਨੂੰ ਮਾਰਨ ਦੀ ਸਮਰੱਥਾ ਹੈ ਤੇ ਦੂਜੇ ਤੇ ਕਿਸੇ ਦੀ ਗੁਰਮੁਖੋ ਬਾਤ ਹੀ ਕੀ ਕਰੀਏ। ਸੋ ਇਸ ਕਰਕੇ ਮਹਾਰਾਜ ਇਹ ਤਾਕਤ ਮੇਰੇ ਅੰਦਰ ਹੈ, ਜੇ ਆਪ ਹੁਕਮ ਕਰੋ ਤੇ ਮੈਂ ਇਹ ਸਭ ਕੁਝ ਕਰ ਸਕਦਾ ਹਾਂ। ਮੈਂ ਕਰ ਕਰਮ ਦਿਖਾਵੋ ਐਸੇ। ਮੈਂ ਕਰ ਕਰਮ ਭਾਵ ਜੇ ਆਪ ਹੁਕਮ ਕਰੋ ਤੇ ਤੁਹਾਡੇ ਸਨਮੁਖ ਤੁਹਾਡੇ ਨੇਤਰਾਂ ਦੇ ਸਾਹਮਣੇ ਇਹ ਸਭ ਕੁਝ ਬਹੁਤ ਜਲਦੀ ਕਰਕੇ ਦਿਖਾ ਸਕਦਾ ਹਾਂ ਜੀ। ਇਹ ਮੈਂ ਜੇ ਬਿਲੰਬ ਕਛ ਲਹੋ। ਤੇ ਜੇਕਰ ਆਪ ਜੀ ਇੱਥੇ ਮੈਨੂੰ ਆਗਿਆ ਨਹੀਂ ਦਿੰਦੇ ਜਾਂ ਬਿਲੰਬ ਦੇ ਭਾਵ ਅਰਥ ਹੁੰਦੇ ਨੇ ਕੁਝ ਦੇਰੀ ਕਰਦੇ ਹੋ ਜੀ। ਆਪਰ ਕਰੋ
ਕਰੋ ਜੇ ਆਇਸ ਕਹੋ। ਅਪਰ ਕਰੋ, ਫਿਰ ਤੁਹਾਡੀ ਮੌਜ ਹੈ ਮਹਾਰਾਜ, ਫਿਰ ਜਿਵੇਂ ਤੁਹਾਡੀ ਮਰਜ਼ੀ ਹੈ, ਜਿਵੇਂ ਤੁਸੀਂ ਹੁਕਮ ਕਰੋ। ਵਰਨਾ ਸਿੱਖ ਕਹਿ ਰਿਹਾ ਗੁਰੂ ਨੂੰ ਕਿ ਮਹਾਰਾਜ ਜੇਕਰ ਮੈਨੂੰ ਹੁਕਮ ਦੇਵੋ ਨਾ ਤੇ ਮੈਂ ਇਹਨਾਂ ਤੁਰਕਾਂ ਦਾ ਨਾਸ ਕਰ ਸਕਦਾ। ਇਉਂ ਸਮਝ ਲਓ ਵੀ ਇਹਨਾਂ ਦਾ ਰਾਜ ਭਾਗ ਸਭ ਖੋਹ ਲਵਾਂਗਾ, ਇਹਨਾਂ ਦਾ ਤਹਿਸ ਨਹਿਸ ਕਰ ਦੇਵਾਂਗਾ, ਇਤਨੀ ਤਾਕਤ ਮੇਰੇ ਪਾਸ ਹੈ ਜੀ। ਦਿੱਲੀ ਅਰ ਲਵਪੁਰ ਬਡਖਾਨਾ। ਕਿਉਂਕਿ ਇਸ ਵਕਤ ਤੁਰਕਾਂ ਦੇ ਦੋ ਹੀ ਵੱਡੇ ਸਥਾਨ ਨੇ, ਜਾਂ ਦਿੱਲੀ ਦਾ ਤਖਤ ਹੈ ਤੇ ਜਾਂ ਲਾਹੌਰ ਦਾ ਤਖਤ ਹੈ, ਤੇ ਇਹਨਾਂ ਦੋਨਾਂ ਤਖਤਾਂ ਦੇ ਉੱਪਰ ਹੀ ਇਹ ਦੋਵੇਂ ਬਾਦਸ਼ਾਹ ਬਣ ਕੇ ਬੈਠੇ ਹਨ। ਦਿੱਲੀ ਦਾ ਤਖਤ ਸਿਰਮੌਰ ਹੈ ਤੇ ਦਿੱਲੀ ਦਾ ਥਾਪਿਆ ਹੋਇਆ ਅੱਗੇ ਜਿਹੜਾ ਸੂਬੇਦਾਰ ਹੈ ਉਹ ਲਾਹੌਰ ਦੇ ਤਖਤ ਤੇ ਹੁੰਦਾ। ਇਸ ਵੇਲੇ ਇਹ ਦੋਨਾਂ ਥਾਵਾਂ ਦੇ ਉੱਪਰ ਇਹਨਾਂ ਦਾ ਕਬਜ਼ਾ ਹੈ ਤੇ ਮੈਂ ਇਹਨਾਂ ਦੋਹਾਂ ਥਾਵਾਂ ਤੇ ਹੀ ਇਹਨਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹਾਂ। ਜਿਨ ਮੈਂ ਤੁਰਕਨ ਜੋਰ ਮਹਾਨਾ। ਇਹਨਾਂ ਦੋਹਾਂ ਥਾਵਾਂ ਤੇ ਤੁਰਕਾਂ ਦਾ ਅਤਿਅੰਤ ਜ਼ੋਰ ਹੈ। ਜਿੱਥੇ ਇਹ ਬੈਠਦੇ ਹਨ ਫਿਰ ਆਪਣੇ ਜ਼ੋਰ ਦੇ ਨਾਲ ਬਹੁਤ ਕੁਝ ਕਰਦੇ ਹਨ। ਇਸਤਰੀ ਆਦ ਸੁਤਾ ਸੁਤ ਸਾਰੇ। ਤੇ ਇਕੱਲੇ ਤੁਰਕ ਹੀ ਨਹੀਂ, ਇਹਨਾਂ ਤੁਰਕਾਂ ਦੇ ਜਿਤਨੇ ਪਰਿਵਾਰ ਵੀ ਹਨ, ਇਸਲਾਮੀ ਜਿਤਨੇ ਪਰਿਵਾਰ ਵੀ ਹਨ, ਇਸਤਰੀਆਂ, ਬੱਚੇ, ਪੁਰਖ ਆਦਿਕ, ਉਹ ਸਾਰੇ ਜੀ ਬਸੈ ਮਲੇਸ਼ ਸਹਿਤ ਪਰਿਵਾਰੇ। ਕਿਉਂਕਿ ਇਹਨਾਂ ਦੋਵਾਂ ਥਾਵਾਂ ਤੇ ਬਹੁਤ ਵੱਡੀ ਗਿਣਤੀ ਦੇ ਅੰਦਰ ਇਹ ਜਿਹੜੇ ਤੁਰਕ ਮਲੇਸ਼ ਹਨ ਇਹ ਵਸਦੇ ਹਨ। ਦੋਨੋਂ ਨਗਰਨ ਕੀ ਚਿਤ ਜੇਤੀ। ਤੇ ਦੋਨਾਂ ਨਗਰਾਂ ਦੀ ਜਿੰਨੀ ਆਬਾਦੀ ਹੈ, ਦਿੱਲੀ ਦੀ ਜਿੰਨੀ ਤੁਰਕ ਆਬਾਦੀ ਹੈ ਤੇ ਲਾਹੌਰ ਦੀ ਜਿੰਨੀ ਤੁਰਕ ਆਬਾਦੀ ਹੈ ਜੀ, ਜਿਨੈ ਮਹਿ ਤੁਰਕਨ ਜੋਰ ਮਹਾਨਾ। ਜਿਨ੍ਹਾਂ ਦੇ ਵਿੱਚ ਇਹਨਾਂ ਤੁਰਕਾਂ ਦਾ ਬਹੁਤ ਜ਼ਿਆਦਾ ਜ਼ੋਰ ਹੈ ਜੀ। ਆਪਣੇ ਹੱਥ ਉਠਾਵੋ ਤੇਤੀ। ਤੇ ਜੇਕਰ ਮਹਾਰਾਜ ਆਪ ਮੈਨੂੰ ਹੁਕਮ ਦੇ ਦੇਵੋ ਨਾ ਤੇ ਮੈਂ ਆਪਣੀ ਸਮਰੱਥਾ ਦੇ ਨਾਲ ਇਹਨਾਂ ਤੁਰਕਾਂ ਦੇ ਰਾਜ ਹੀ ਖਤਮ ਕਰ ਦੇਵਾਂਗਾ। ਆਪਣੇ ਹੱਥ ਉਠਾਵੋ ਤੇਤੀ, ਮੈਂ ਆਪਣੇ ਹੱਥਾਂ ਨਾਲ ਇਹਨਾਂ ਸਾਰਿਆਂ ਦਾ ਤਹਿਸ ਨਹਿਸ ਕਰਕੇ ਰੱਖ ਦੇਵਾਂਗਾ। ਇਹ ਹੁਣ ਸਰੀਰਕ ਬਲ ਦੀ ਬਾਤ ਨਹੀਂ ਹੈ ਗੁਰਮੁਖੋ, ਇਹ ਇੱਕ ਅੰਤਰਾਤਮੇ ਦਾ ਬਲ ਹੈ, ਜਿਹਨੂੰ ਅਸੀਂ ਕਈ ਵਾਰ ਸ਼ਕਤ ਵੀ ਕਹਿ ਦਿੰਦੇ ਹਾਂ, ਜਾਂ ਕਈ ਵਾਰ ਵਾਕ ਸਿੱਧੀ ਵਿੱਚ ਵੀ ਲੈ ਲੈਂਦੇ ਹਾਂ ਵੀ ਉਹਦੇ ਕੋਲ ਐਸੀ ਸਿੱਧੀ ਹੈ ਵੀ ਬਚਨ ਕਰਕੇ ਹੀ ਨਾਸ ਕਰ ਦਿੰਦਾ। ਸੋ ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਇਹ ਦਾਤ ਮਿਲੀ ਤੇ ਉਹ ਪਾ ਕਰਕੇ ਹੰਕਾਰੀ ਹੋ ਗਿਆ ਤੇ ਮਹਾਰਾਜ ਕੇ ਹੀ ਸਾਹਮਣੇ ਆ ਕਰਕੇ ਕਹਿਣ ਲੱਗਾ, ਮਹਾਰਾਜ ਹੁਕਮ ਦਿਓ ਕਿ ਦਿੱਲੀ ਕੀ ਲਾਹੌਰ ਮੈਂ ਇਹਨਾਂ ਦੀ ਇੱਟ ਨਾਲ ਇੱਟ ਵਜਾ ਦੇਵਾਂਗਾ। ਇੱਕ ਤੁਰਕਾਂ ਦੀ ਕਿੰਨੀ ਕੁ ਆਬਾਦੀ ਹੈ ਤਾਂ ਮੈਂ ਇੱਕ ਛਿਨ ਵਿੱਚ ਸਮਾਪਤ ਕਰਨ ਦੀ ਸਮਰੱਥਾ ਰੱਖਦਾ ਹਾਂ। ਬੜੇ ਬੇਗ ਸੋ ਇਨ ਟਕਰਾਏ। ਬੜੇ ਵੇਗ ਸੋ ਤੁਸੀਂ ਵੇਖਦੇ ਰਹਿਣਾ ਫਿਰ ਜਿਵੇਂ ਇਹ ਟਾਕਰਾ ਹੋਵੇਗਾ ਜੀ। ਭਗਨ ਕਰੋ ਮੰਦਰ ਸਮੁਦਾਏ। ਫਿਰ ਭਗਨ ਕਰੋ, ਇਹਨਾਂ ਦੇ ਜਿਹੜੇ ਮੁੱਖ ਸਥਾਨ ਹਨ, ਧਾਰਮਿਕ ਸਥਾਨ ਹਨ, ਉਹਨਾਂ ਨੂੰ ਵੀ ਢਾ ਦਿੱਤਾ ਜਾਏਗਾ। ਪੁੰਨ ਆਉਂਦੇ ਕਰ ਦੇਵੋ ਗੇਰ। ਉਹਨੇ ਆਉਂਦੇ ਇਹਨਾਂ ਨੂੰ ਉਲਟੇ ਕਰ ਦੇਣਾ, ਕਰ ਦੇਵੋਗੇ। ਜਿਵੇਂ ਪਿੱਛੇ ਬਾਦਸ਼ਾਹ ਔਰੰਗਜ਼ੇਬ ਨੇ ਤਾਕਤ ਪ੍ਰਾਪਤ ਕੀਤੀ ਨਾ, ਚਲੋ ਉਸ ਕੋਲ ਅਧਿਆਤਮਕ ਤਾਕਤ ਨਹੀਂ ਸੀ ਅਸੀਂ ਕਹਿ ਸਕਦੇ ਹਾਂ, ਲੇਕਿਨ ਰਾਜਨੀਤਿਕ ਤਾਕਤ ਦੇ ਵਿੱਚ ਉਹਦਾ ਬੜਾ ਵੱਡਾ ਸਥਾਨ ਹੈ। ਜਿਵੇਂ ਉਹ ਬਾਦਸ਼ਾਹ ਬਣਿਆ ਤੇ ਫਿਰ ਸਾਰੀਆਂ ਫੌਜਾਂ, ਸਾਰਾ ਹਿੰਦੁਸਤਾਨ ਦੇਸ਼, ਬਾਹਰ ਦੇ ਸੂਬੇ ਉਸਨੇ ਫਤਿਹ ਕੀਤੇ। ਸੋ ਉਹ ਇੱਕ ਬੜੀ ਵੱਡੀ ਫੌਜੀ ਤਾਕਤ, ਰਾਜਨੀਤਿਕ ਤਾਕਤ ਰੱਖਦਾ ਤੇ ਉਹਨੇ ਆਪਣੀ ਤਾਕਤ ਨੂੰ ਜਿਸ ਵਕਤ ਵਰਤਿਆ ਤੇ ਇਸ ਪੂਰੇ ਹਿੰਦੁਸਤਾਨ ਦੇਸ਼ ਵਿੱਚ ਹਿੰਦੂ ਮੰਦਰਾਂ ਦਾ ਨਾਸ ਕਰਕੇ ਰੱਖ ਦਿੱਤਾ। ਜ਼ਬਰਦਸਤੀ ਹਿੰਦੂਆਂ ਨੂੰ ਤੁਰਕ ਬਣਾਉਣਾ ਸ਼ੁਰੂ ਕਰ ਦਿੱਤਾ, ਹੋਰ ਬਹੁਤ ਕੁਝ ਕੀਤਾ। ਨਿਮਾਣੀ ਨਿਤਾਣੀ ਲੋਕਾਈ ਨੂੰ ਬਹੁਤ ਲਤਾੜਿਆ, ਟੈਕਸ ਲਾਏ, ਮਾਰਿਆ, ਕੁੱਟਿਆ, ਗਰੀਬ ਮਾਰ ਕੀਤੀ। ਸੋ ਇਸ ਵਿਦਨਾ ਹੁਣ ਉਹਦੇ ਕੋਲ ਤੇ ਇਹ ਤਾਕਤ ਨਹੀਂ ਸੀ, ਲੇਕਿਨ ਮੇਰੇ ਕੋਲ ਅਧਿਆਤਮਕ ਤਾਕਤ ਹੈ, ਮੈਂ ਉਹਦੇ ਨਾਲ ਇਸ ਤੋਂ ਵੀ ਵੱਧ ਕੇ ਉਹਦਾ ਨੁਕਸਾਨ ਕਰ ਸਕਦਾ ਹਾਂ ਜੀ। ਜਿਸ ਤੇ ਦੁਸ਼ਟ ਨਾ ਉਕਸੈ ਫੇਰ। ਤੇ ਜੇਕਰ ਐਸਾ ਕਰ ਦਈਏ ਤੇ ਇਹ ਦੁਸ਼ਟ ਦੀ ਕੀ ਮਜਾਲ ਹੈ ਵੀ ਦੁਬਾਰਾ ਤੁਹਾਡੇ ਵਰਗੇ ਸੱਚੇ ਪਾਤਸ਼ਾਹ ਗੁਰਦੇਵ ਨੂੰ ਇਦਾਂ ਗ੍ਰਿਫਤਾਰ ਕਰਕੇ ਤੇ ਕੁਝ ਦਿਨ ਕਿਲੇ ਵਿੱਚ ਰੱਖੇ ਤੇ ਇਹਦੀ ਬੇਅਦਬੀ ਕਰੇ। ਇਹ ਦੁਸ਼ਟ ਜਿਹੜਾ ਹੈ ਖਤਮ ਹੀ ਨਹੀਂ ਹੋ ਸਕੇਗਾ। ਪਰੰਤੂ ਹਾਂ, ਇਸ ਤੋਂ ਪਹਿਲੇ ਆਪ ਜੀ ਕੇ ਚਰਨਾਂ ਵਿੱਚ ਬਿਨੈ ਹੈ ਕਿ ਇਹ ਸਭ ਕਰਨ ਦੀ ਜਿਹੜੀ ਆਗਿਆ ਹੈ ਉਹ ਆਪ ਮੈਨੂੰ ਬਖਸ਼ੋ ਜੀ। ਇਤਿਆਦਿਕ ਹੈ ਸਖਤ ਵਿਸਾਲਾ। ਇਤਿਆਦਿਕ ਭਾਈ ਸਾਹਿਬ ਜੀ ਲਿਖਦੇ ਹਨ, ਇਸ ਵਿਦਨਾ ਇਹ ਸਿੱਖ ਦੇ ਅੰਦਰ ਵੱਡੀ ਸ਼ਕਤੀ, ਵੱਡੀ ਤਾਕਤ ਸਾਂਭੀ ਹੈ ਜੀ। ਬਾਕ ਆਪ ਕੀ ਜੈ ਇਸ ਕਾਲਾ। ਬਸ ਇਹ ਕਹਿ ਰਿਹਾ ਸੀ ਗਰੀਬ ਨਿਵਾਸ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ
ਇੱਕ ਵਾਰ ਆਪ ਆਪਣੇ ਮੁਖ ਤੋਂ ਮੈਨੂੰ ਇਜਾਜ਼ਤ ਦੇ ਦੇਵੋ। ਬਾਕ ਆਪ ਕੀਜੈ ਵਿਸ਼ਾਲਾ। ਆਪ ਆਪਣੇ ਮੁਖ ਤੋਂ ਇੱਕ ਵਾਰ ਹੁਕਮ ਦੇ ਦੇਵੋ, ਉਸ ਤੋਂ ਅੱਗੇ ਬਸ ਫਿਰ ਜੋ ਕੁਝ ਕਰਨਾ ਹੈ ਲਾਹੌਰ ਦਿੱਲੀ ਇਹਨਾਂ ਤਖਤਾਂ ਨਾਲ ਮੈਂ ਇਕੱਲਾ ਹੀ ਨਜਿੱਠ ਲਵਾਂਗਾ ਜੀ। ਰਾਵਰ ਕੇਰ ਅਨਾਦਰ ਕਰਈ। ਤੇ ਮਹਾਰਾਜ ਇਹ ਵੀ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਆਪ ਜੀ ਦਾ ਅਨਾਦਰ ਕਰਦੇ ਹਨ, ਆਪ ਜੀ ਕੀ ਬੇਇੱਜ਼ਤੀ ਕਰਦੇ ਹਨ। ਆਪ ਜੀਆਂ ਨੂੰ ਜ਼ਬਰਦਸਤੀ ਬਿਨਾਂ ਕਿਸੇ ਦੋਸ਼ ਤੋਂ ਇਹਨਾਂ ਨੇ ਗ੍ਰਿਫਤਾਰ ਕੀਤਾ ਹੈ। ਤੁਰਕ ਮੰਦ ਮਤ ਕਛ ਨਾ ਵਿਚਰਈ। ਕਿਉਂਕਿ ਇਹ ਬਹੁਤ ਮਾੜੀ ਮਤ ਦੇ ਮਾਲਕ ਹਨ, ਵਿਚਾਰ ਸ਼ਕਤੀ ਇਹਨਾਂ ਪਾਸ ਹੈ ਨਹੀਂ, ਕੁਝ ਵੀ ਨਹੀਂ ਵਿਚਾਰਦੇ। ਰਾਜ ਸੱਤਾ ਦੇ ਨਸ਼ੇ ਵਿੱਚ ਹਰ ਕਿਸੇ ਦਾ ਨਿਰਾਦਰ ਕਰਦੇ ਹਨ, ਖਾਸ ਕਰ ਗੁਰੂ ਪੀਰ ਜਿਤਨੇ ਵੀ ਹਨ। ਔਰੰਗਜ਼ੇਬ ਤੇ ਇਹਨਾਂ ਦੇ ਨਾਲ ਜ਼ੁਲਮ ਕਰਨ ਤੋਂ ਰਤਾ ਵੀ ਸੰਕੋਚ ਨਹੀਂ ਕਰਦਾ ਹੈ। ਚੌਕੀਦਾਰ ਖਰੇ ਚੋਂ ਪਾਸੇ। ਤੇ ਜਿਸ ਵਕਤ ਸਿੱਖ ਆਪਣੇ ਗੁਰੂ ਨੂੰ ਨਮਸਕਾਰ ਕਰਕੇ ਉਹ ਵਾਰਤਾਲਾਪ ਕਰ ਰਿਹਾ ਸੀ ਨਾ, ਉੱਥੇ ਨਾਲ ਹੀ ਉਹ ਚੌਕੀਦਾਰ ਸਿਪਾਹੀ ਖੜੇ ਸਨ ਜਿਹੜੇ ਮਹਾਰਾਜੀਆਂ ਨੂੰ ਔਰੰਗਜ਼ੇਬ ਦੀ ਸਭਾ ਵਿੱਚ ਲੈਣ ਦੇ ਲਈ ਆਏ ਸਨ। ਸੋ ਮਹਾਰਾਜ ਜੀ ਕੇ ਇਸ ਚੌਗਿਰਦੇ ਇਹ ਚੌਕੀਦਾਰ ਵੀ ਖੜੇ ਹਨ ਤੇ ਸਿੱਖ ਵਾਰਤਾਲਾਪ ਕਰ ਰਿਹਾ ਹੈ ਜੀ। ਕੈਦ ਕਰਿਓ ਚਾਹਤ ਦੁਖ ਰਾਸੇ। ਕਹਿ ਰਿਹਾ ਵੇਖੋ ਇਹਨਾਂ ਨੇ ਤੁਹਾਡੇ ਚੌਗਿਰਦੇ ਘੇਰਾ ਪਾ ਕੇ ਆਪ ਜੀਆਂ ਨੂੰ ਕੈਦ ਕੀਤਾ ਤੇ ਕੁਝ ਮੇਰੇ ਲਈ ਵੇਖਣਾ ਕਠਨ ਹੈ ਜੀ। ਇਨਤੇ ਕਯੋ ਸਈਏ ਅਪਮਾਨ। ਇਨ ਤੇ ਕਿਉ ਸਹੀਏ ਅਪਮਾਨ। ਭਾਵ ਇਹਨਾਂ ਦਾ ਅਪਮਾਨ ਅਸੀਂ ਕਿਉਂ ਸਹੀਏ। ਕਹਿਣ ਤੋਂ ਭਾਵ ਹੈ ਕਿ ਜੇਕਰ ਅਸੀਂ ਕੋਈ ਜ਼ੁਰਮ ਨਹੀਂ ਕੀਤਾ, ਕੋਈ ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ, ਕੋਈ ਚੋਰੀ ਨਹੀਂ ਕੀਤੀ, ਜ਼ਬਰਦਸਤੀ ਨਹੀਂ ਕੀਤੀ, ਕੋਈ ਕਿਸੇ ਨੂੰ ਲੁੱਟਿਆ ਨਹੀਂ, ਤੇ ਫਿਰ ਇਹਨਾਂ ਦਾ ਅਪਮਾਨ ਕਾਹਦੇ ਲਈ ਸਹਿਣਾ। ਫਿਰ ਇਹ ਬਿਨਾਂ ਦੋਸ਼ ਤੋਂ ਸਾਨੂੰ ਸਜ਼ਾ ਕਿਉਂ ਦੇਣ, ਕਿਉਂ ਆਪ ਜੀਆਂ ਨੂੰ ਕੈਦ ਵਿੱਚ ਰੱਖਣ। ਇਸ ਕਰਕੇ ਇਹ ਜਿਹੜੀ ਸਜ਼ਾ ਹੈ, ਇਹ ਜਿਹੜਾ ਅਪਮਾਨ ਹੈ, ਸਾਡੇ ਝੱਲਣ ਤੋਂ ਪਰੇ ਦੀ ਬਾਤ ਹੈ ਜੀ। ਐਸੀ ਕਰੋ ਪਰੈ ਪਗ ਆਨ। ਆਪ ਐਸੀ ਕਲਾ ਵਰਤਾਓ, ਭਾਵ ਆਪ ਮੈਨੂੰ ਹੁਕਮ ਦੇਵੋ ਤੇ ਮੈਂ ਉਹ ਸਭ ਕੁਝ ਕਰਾਂ। ਤੇ ਫਿਰ ਇਹ ਡਰਦੇ ਹੋਏ ਭੈਗ੍ਰਸਤ ਹੋ ਕੇ ਆਪ ਜੀ ਕੇ ਚਰਨਾਂ ਵਿੱਚ ਆ ਡਿੱਗਣਗੇ। ਹਿਮ ਸਿੱਖ ਤੇ ਸੁਨ ਕਰ ਮੁਸਕਾਏ। ਇਸ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਹੀ ਸਿੱਖ ਦੀ ਇਹ ਵਾਰਤਾਲਾਪ, ਇਹ ਵਿਚਾਰ ਜਿਹੜੀ ਉਹ ਕਹਿ ਰਿਹਾ ਸੀ, ਬੇਨਤੀ, ਉਹ ਸੁਣ ਰਹੇ ਸਨ ਤੇ ਸੁਣ ਕਰਕੇ ਮੁਸਕਰਾਉਂਦੇ ਹਨ। ਕਹੀ ਗੁਰ ਹੱਥ ਦਬਾਏ। ਮਹਾਰਾਜ ਜੀ ਕੁਝ ਨਹੀਂ ਬੋਲਿਆ ਆਪਣੇ ਮੁਖ ਤੋਂ, ਨਾ ਹੀ ਮਹਾਰਾਜ ਨੇ ਕੋਈ ਇਜਾਜ਼ਤ ਦਿੱਤੀ, ਨਾ ਹੀ ਕੁਝ ਹੋਰ ਵਚਨ ਕਹੇ, ਬਸ ਇੱਕ ਹੀ ਕੰਮ ਕੀਤਾ। ਭਾਈ ਸਾਹਿਬ ਜੀ ਲਿਖ ਰਹੇ ਨੇ, ਗਹੀ ਬਾਹਾ ਗੁਰ ਹਾਥ ਦਬਾਏ। ਮਹਾਰਾਜ ਨੇ ਕੀਤਾ ਕਿ ਉਹ ਸਿੱਖ ਜਿਹੜਾ ਬੜੇ ਜੋਸ਼ ਵਿੱਚ ਆ ਕੇ ਮਹਾਰਾਜ ਨੂੰ ਕਹਿ ਰਿਹਾ ਸੀ ਵੀ ਹੁਕਮ ਦੇਵੋ, ਮੈਂ ਦਿੱਲੀ ਤੇ ਲਾਹੌਰ ਸਭ ਤਹਿਸ ਨਹਿਸ ਕਰ ਦੇਵਾਂਗਾ। ਮਹਾਰਾਜ ਨੇ ਉਸੇ ਵਕਤ ਉਹ ਸਿੱਖ ਦੀ ਬਾਂਹ ਫੜ ਲਈ ਤੇ ਦੂਸਰੇ ਹੱਥ ਦੇ ਨਾਲ ਉਹਦਾ ਜਿਹੜਾ ਹੱਥ ਸੀ ਉਸ ਨੂੰ ਫੜ ਕਰਕੇ ਤੇ ਆਪਣੇ ਹੱਥ ਦੇ ਵਿੱਚ ਦਬਾ ਲਿਆ। ਜਿਵੇਂ ਆਪਾਂ ਕਈ ਵਾਰ ਪੰਜਾ ਫੜ ਲੈਂਦੇ ਆ ਨਾ ਮਨੁੱਖ ਦਾ ਹੱਥ ਮਿਲਾਉਂਦੇ ਹੋਏ, ਇਦਾਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਉਹ ਸਿੱਖ ਦੀ ਬਾਂਹ ਫੜ ਕੇ ਤੇ ਹੱਥ ਮਿਲਾਇਆ ਹੈ। ਐ ਚਨ ਕੀਨ ਸਕਤ ਜੇ ਭਈ। ਤੇ ਮਹਾਰਾਜ ਨੇ ਇਹਨੇ ਵਿੱਚ ਇਤਨੀ ਕਲਾ ਵਰਤਾ ਦਿੱਤੀ, ਉਹਦੇ ਅੰਦਰ ਜਿਹੜੀ ਤਾਕਤ ਬੋਲ ਰਹੀ ਸੀ, ਜਿਹੜੀ ਰਿੱਧੀ ਸਿੱਧੀ ਫੁਰ ਰਹੀ ਸੀ, ਜੋ ਅੰਦਰੋਂ ਉਸ ਨੂੰ ਲੱਗ ਰਿਹਾ ਸੀਗਾ ਕਿ ਇਸ ਸਮੇਂ ਦੇ ਜੋ ਹੁਕਮਰਾਨ ਜ਼ੁਲਮੀ ਬਾਦਸ਼ਾਹ ਦੇ ਨਾਲ ਟੱਕਰ ਲੈ ਕੇ ਮੈਂ ਇਕੱਲਾ ਹੀ ਸਭ ਕੁਝ ਕਰ ਸਕਦਾ। ਮਹਾਰਾਜ ਨੇ ਹੱਥ ਨੂੰ ਨੱਪਦਿਆਂ ਹੀ ਉਹਦੇ ਅੰਦਰੋਂ ਸਾਰੀ ਤਾਕਤ ਖਿੱਚ ਲਈ, ਕਿਉਂਕਿ ਗੁਰੂ ਤੇ ਸਮਰੱਥ ਹੈ ਨਾ ਗੁਰੂ ਕੋ, ਤੇ ਗੁਰੂ ਕੋਲੋਂ ਸਾਰੀਆਂ ਜੁਗਤਾਂ ਵੀ ਨੇ ਜਿਹੜੀਆਂ ਸਾਨੂੰ ਤਾਕਤ ਦਿੰਦਾ ਹੈ, ਤੇ ਉਹ ਆਪਣੀ ਜੁਗਤ ਨਾਲ ਵਾਪਸ ਵੀ ਲੈਣਾ ਜਾਣਦਾ ਹੈ। ਸੋ ਇਸ ਵਿੱਚ ਮਹਾਰਾਜ ਨੇ ਹੱਥ ਨੱਪ ਕੇ ਸਿੱਖ ਦੀ ਸਾਰੀ ਤਾਕਤ ਜਿਹੜੀ ਹੈ ਵਾਪਸ ਖਿੱਚ ਲਈ ਹੈ। ਛੂਛੀ ਦੇਤ ਥਾ ਹੋਈ ਗਈ। ਬਸ ਇਤਨੀ ਦੇਰ ਸੀ, ਇੰਨਾ ਕੁ ਸਮਾਂ ਲੱਗਿਆ ਜਿਹੜਾ ਚੰਦ ਮਿੰਟ ਪਹਿਲਾਂ ਦਾਅਵੇ ਕਰ ਰਿਹਾ ਸੀ ਵੀ ਤੁਰਕਾਂ ਦੇ ਰਾਜ ਖਤਮ ਕਰ ਦੇਵਾਂਗਾ। ਦੇਹ ਸੱਖਣੀ ਹੋ ਗਈ, ਅੰਦਰ ਖਾਲੀ ਹੋ ਗਿਆ। ਉਹ ਜਿਹੜੀ ਤਾਕਤ ਅੰਦਰੋਂ ਦਿਸ ਰਹੀ ਸੀ ਵੀ ਮੇਰੇ ਵਿੱਚ ਸਮਰੱਥਾ ਹੈ, ਸਭ ਕੁਝ ਜਾਂਦਾ ਰਿਹਾ ਤੇ ਵਾਸਤਵ ਵਿੱਚ ਸੱਚ ਹੈ ਗੁਰਮੁਖੋ। ਜਦੋਂ ਕੋਈ ਮਨੁੱਖ ਸੂਰਜ ਦੇ ਸਾਹਮਣੇ ਦੀਵਾ ਲੈ ਕੇ ਜੇ ਜੋਸ਼ ਵਿੱਚ ਆ ਕੇ ਕਵੇ ਨਾ ਇਹਦਾ ਚਾਨਣ ਜ਼ਿਆਦਾ ਹੈ, ਫਿਰ ਸੂਰਜ ਕਈ ਵਾਰ ਐਸਾ ਸੇਕ ਵਰਤਾਉਂਦਾ ਹੈ ਵੀ ਦੀਵੇ ਦਾ ਨਾਮ ਨਿਸ਼ਾਨ ਹੀ ਨਹੀਂ ਰਹਿੰਦਾ, ਪਤਾ ਹੀ ਨਹੀਂ ਲੱਗਦਾ ਵੀ ਇਹ ਹੈ ਕੀ ਹੈ। ਸੋ ਇਸ ਵੇਲੇ ਦੇ ਨਾਲ ਹੋਇਆ, ਮਹਾਰਾਜੀਆਂ ਨੇ ਆਪਣੀ ਦਿੱਤੀ ਹੋਈ ਤਾਕਤ ਇੱਕ ਖਿੰਨ ਵਿੱਚ ਸਾਰੀ ਵਾਪਸ ਕਰ ਲਈ ਤੇ ਇਹਦਾ ਸਰੀਰ ਜਿਹੜਾ ਹੈ ਇੱਕਦਮ ਸੱਖਣਾ ਖਾਲੀ ਹੋ ਗਿਆ। ਨਾਮ ਵੱਲੋਂ ਸੁਰਤ ਟੁੱਟ ਗਈ, ਉਹ ਸਭ ਜਿਹੜੀ ਖੇਡ ਬਣੀ ਹੋਈ ਸੀ ਉਹ ਸਭ ਕੁਝ ਖਤਮ ਹੋ ਗਿਆ। ਜਥਾ ਓਕਤੇ ਰਸ ਨਿਕਸਾਵੈ। ਉਦਾਹਰਨ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਦਿੱਤਾ, ਹਾਲਾਤ ਐਸੀ ਹੋ ਗਈ ਜਿਵੇਂ ਕੋਈ ਆਪਾਂ ਵੇਖਦੇ ਹਾਂ ਮਨੁੱਖ ਗੰਨੇ ਦਾ ਜੂਸ ਕੱਢਣ ਵਾਲਾ, ਉਹਨੂੰ ਕੋਲੂ ਵਿੱਚ ਪਾ ਕੇ ਤੇ ਉਹਦੇ ਵਿੱਚੋਂ ਸਾਰਾ ਰਸ ਖਿੱਚ ਲੈਂਦਾ, ਫਿਰ ਪਿੱਛੇ ਕੀ ਬਚਦਾ ਹੈ? ਫੋਕ। ਉਹ ਕਿਸ ਕੰਮ ਆਉਂਦੀ ਹੈ? ਇੱਕ ਸਾੜਨ ਤੋਂ ਸਿਵਾ ਉਹਦੀ ਹੋਰ ਕੋਈ ਵਰਤੋਂ ਨਹੀਂ ਹੈ ਜੀਵਨ ਅੰਦਰ।
ਸੋ ਮਹਾਰਾਜ ਨੇ ਐਸੀ ਕਲਾ ਵਰਤਾਈ, ਜਥਾ ਊਖ ਤੇ ਰਸ ਨਿਕਸਾਵੇ। ਜਿਵੇਂ ਗੰਨੇ ਵਿੱਚੋਂ ਰਸ ਖਿੱਚ ਲਿਆ ਤੇ ਹੁਣ ਗੰਨੇ ਦੀ ਕੋਈ ਕੀਮਤ ਨਹੀਂ ਹੈ, ਕੋਈ ਵੈਲਿਊ ਨਹੀਂ ਹੈ, ਬਿਲਕੁਲ ਖਾਲੀ ਹੈ। ਇਸ ਵਿਧ ਮਹਾਰਾਜ ਜੀਆਂ ਨੇ ਇਹ ਸਿੱਖ ਦੀ ਇਹ ਹਾਲਾਤ ਕੀਤੀ। ਤੇ ਕੀਤੀ ਕਿਉਂ ਹੈ? ਇਹਦੇ ਵੀ ਕੁਝ ਕਾਰਨ ਹਨ ਜਿਹੜੇ ਮਹਾਰਾਜ ਅੱਗੇ ਸਮਝਾਉਂਦੇ ਹਨ। ਖੋਰ ਰਹੇ ਬਿਨ ਸਾਰ ਗਿਰਾਵੇ। ਤੇ ਜਿਵੇਂ ਗੰਨੇ ਚੋਂ ਜੂਸ ਨਿਕਲਦਾ ਹੈ ਤੇ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਕਰੜਾਈ ਹੈ ਉਹ ਵੀ ਖਤਮ ਹੋ ਜਾਂਦੀ ਹੈ। ਆਪਾਂ ਵੇਖਦੇ ਹਾਂ ਨਾ, ਜਿਹੜਾ ਗੰਨਾ ਇੱਕ ਵਾਰ ਕੋਹਲੂ ਚੋਂ ਲੰਘ ਜਾਏ, ਉਹ ਕਦੇ ਸਿੱਧਾ ਖੜਾ ਹੋਇਆ, ਉਹਦਾ ਤੇ ਸਾਰਾ ਕਾਰ ਹੀ ਨਾਸ ਹੋ ਜਾਂਦਾ ਹੈ। ਉਹ ਤਾਂ ਇੱਕ ਇਉਂ ਸਮਝ ਲਈਏ ਵੀ ਕੱਖਾਂ ਦੀ ਪੰਡ ਰਹਿ ਜਾਂਦੀ ਹੈ। ਇਸ ਵਿਧ ਮਹਾਰਾਜ ਜੀਆਂ ਨੇ ਸਿੱਖ ਦੇ ਅੰਦਰ ਦੀ ਜਦੋਂ ਸਾਰੀ ਸ਼ਕਤ ਖਿੱਚ ਲਈ, ਸਾਰੀ ਤਾਕਤ ਵਾਪਸ ਖਿੱਚ ਲਈ, ਹੁਣ ਇਹ ਉਸ ਨੁਚੜੇ ਹੋਏ ਕੋਹਲੂ ਚੋਂ ਲੰਘੇ ਹੋਏ ਗੰਨੇ ਵੱਤ ਹੋ ਗਿਆ ਹੈ ਜੀ। ਭਇਓ ਅਸਾਰ ਲਖਿਓ ਮਨ ਮਾਹੀ। ਤੇ ਜਿਸ ਵਕਤ ਇਹ ਕੁਝ ਵਰਤਿਆ, ਫਿਰ ਇਹਨੂੰ ਅੰਤਰਾਤਮੇ ਤੋਂ ਹੀ ਪਤਾ ਲੱਗਾ ਵੀ ਮੈਥੋਂ ਬਹੁਤ ਵੱਡੀ ਭੁੱਲ ਹੋਈ ਹੈ। ਪ੍ਰਥਮ ਸਕਤੁਰ ਭਇਤ ਨਾਹੀ। ਕਿਉਂਕਿ ਹੁਣ ਪਹਿਲਾਂ ਵਾਲਾ ਅੰਦਰੋਂ ਤਾਕਤ ਦੇਸੀ ਨਹੀਂ ਰਹੀ, ਪਹਿਲਾਂ ਵਾਲਾ ਜੋਸ਼ ਵੀ ਗਿਆ, ਪਹਿਲੇ ਵਾਲੇ ਬੋਲ ਵੀ ਗਏ। ਇਹ ਸਭ ਕੁਝ ਖਿੰਨ ਸਕਿੰਟਾਂ ਵਿੱਚ ਹੀ ਵਾਪਰ ਗਿਆ। ਸੋ ਉਹ ਸਾਰੀ ਸ਼ਕਤ ਜਾਂਦਿਆਂ ਹੀ ਇਹ ਸਿੱਖ ਜਿਹੜਾ ਹੈ ਇਹ ਛੂਛਾ ਸਖਣਾ ਹੋ ਗਿਆ। ਪਸਚਾਤਾਪ ਕਰਤ ਦੁਖ ਪਾਵੈ। ਹੁਣ ਜਦੋਂ ਸਾਰੀ ਸ਼ਕਤ ਗਵਾਚ ਗਈ, ਮਹਾਰਾਜ ਨੇ ਆਪਣੀ ਤਾਕਤ ਆਪ ਖਿੱਚ ਲਈ, ਹੁਣ ਇਹਦੇ ਪਾਸ ਕੁਝ ਨਹੀਂ ਹੈ। ਤੇ ਜਦੋਂ ਕੁਝ ਨਾ ਬਚੇ, ਫਿਰ ਮਨੁੱਖ ਕੋਲ ਇੱਕ ਹੀ ਵਸਤੂ ਬਚਦੀ ਹੈ, ਪਛਤਾਤਾਪ ਕਰਨਾ। ਕਿ ਜਦੋਂ ਤਾਕਤ ਮਿਲੀ ਹੈ ਉਹਦੀ ਵਰਤੋਂ ਸਹੀ ਨਹੀਂ ਕੀਤੀ, ਹੁਣ ਜਦੋਂ ਵਾਪਸ ਗਈ ਚਲੀ, ਹੁਣ ਪਛਤਾਤਾਪ ਹੈ। ਹੁਣ ਇਸੇ ਤਰ੍ਹਾਂ ਇਹ ਸਿੱਖ ਵੀ ਆਪਣੇ ਅੰਤਰਾਤਮੇ ਵੱਲ ਨੂੰ ਝਾਤ ਮਾਰ ਕਰਕੇ ਤੇ ਪਛਤਾਉਣ ਲੱਗਾ ਹੈ। ਇਹ ਕਿਆ ਪਇਓ ਹਿਰਦੈ ਮੁਰਝਾਵੈ। ਇਹ ਕਿਆ ਪਇਓ ਭਾਵ ਮਹਾਰਾਜ ਨੇ ਤੇ ਮੇਰਾ ਹੱਥ ਹੀ ਫੜਿਆ ਸੀ, ਤੇ ਮੇਰਾ ਜਿਹੜਾ ਖਿੜਿਆ ਹੋਇਆ ਹਿਰਦਾ ਸੀ, ਜਿਹੜਾ ਅੰਦਰਲਾ ਜੋਸ਼ ਸੀ, ਜਿਹੜੀਆਂ ਬਾਤਾਂ ਮੈਂ ਕਰ ਰਿਹਾ ਸਾਂ, ਉਹ ਸਭ ਗਈਆਂ, ਉਹ ਵਿਚਾਰਾਂ ਹੀ ਭੁੱਲ ਗਈਆਂ, ਉਹ ਸਭ ਖਤਮ ਹੋ ਗਿਆ। ਇਹ ਹੋਇਆ ਕੀ ਹੈ? ਹੁਣ ਸਿੱਖ ਨੂੰ ਵੀ ਸਮਝ ਨਹੀਂ ਆ ਰਹੀ, ਤੇ ਨਾਲ ਪਛਤਾਤਾਪ ਵੀ ਹੋ ਰਿਹਾ ਵੀ ਮੈਂ ਇਹ ਸਭ ਕਿਉਂ ਕਰ ਬੈਠਾ ਹਾਂ। ਸਤਿਗੁਰ ਕਹਿਓ ਕਰੋ ਜਿਮ ਹੋਵੇ। ਤੇ ਮਹਾਰਾਜ ਮੁਸਕਰਾ ਰਹੇ ਸਨ, ਤੇ ਮੁਸਕਰਾਉਂਦਿਆਂ ਹੀ ਗਰੀਬ ਨਿਵਾਜ ਸਤਿਗੁਰੂ ਨੇ ਹੱਥ ਫੜਿਆ ਸੀ। ਹੁਣ ਹੱਥ ਫੜ ਕੇ ਸਾਰੀ ਸ਼ਕਤ ਖਿੱਚ ਲਈ, ਬੋਲੇ ਮੁਖ ਤੋਂ ਕੁਝ ਵੀ ਨਹੀਂ। ਤੇ ਹੱਥ ਛੱਡ ਕੇ ਕਹਿਣ ਲੱਗੇ, ਚੰਗਾ ਭਾਈ ਸਿੱਖਾ, ਜੇ ਤੂੰ ਸਾਡੀ ਬੇਅਦਬੀ ਨਹੀਂ ਵੇਖ ਸਕਦਾ ਤੇ ਜੋ ਤੇਥੋਂ ਹੁੰਦਾ ਤੂੰ ਕਰ ਲੈ ਜਾ ਕੇ। ਹੁਣ ਕਰੇ ਕਾਹਦੇ ਨਾਲ ਗੁਰਮੁਖੋ? ਕਿਉਂਕਿ ਜਿਹੜੀ ਤਾਕਤ ਦੇ ਨਾਲ ਕਰਨਾ ਸੀ, ਜਿਸ ਤਾਕਤ ਦੇ ਸਹਾਰੇ ਕਹਿ ਰਿਹਾ ਸੀ ਵੀ ਮੈਂ ਦਿੱਲੀ ਤੇ ਲਾਹੌਰ ਨੂੰ ਖਤਮ ਕਰ ਦਿਆਂਗਾ, ਉਹ ਤਾਕਤ ਤੇ ਹੁਣ ਵਿੱਚ ਰਹੀ ਨਹੀਂ। ਤੇ ਮਹਾਰਾਜ ਕਹਿਣ ਲੱਗੇ ਨੇ, ਹੁਣ ਜਾ ਕੇ ਜਿਵੇਂ ਤੈਨੂੰ ਚੰਗਾ ਲੱਗਦਾ ਕਰ ਲੈ, ਹੁਣ ਤਾਂ ਇੱਕ ਆਮ ਮਨੁੱਖ ਵਾਂਗ ਮਨੁੱਖ ਹੈ, ਹੁਣ ਕੋਈ ਵੱਡੀ ਤਾਕਤ ਨਹੀਂ ਹੈ ਅੰਦਰ। ਕਿਉਂਕਿ ਇਹ ਜਿਤਨੀ ਵੀ ਇਹ ਆਪਾਂ ਵੇਖਦੇ ਹਾਂ ਨਾ, ਕਿਸੇ ਨੂੰ ਫਤਿਹ ਕਰਨਾ, ਜੰਗ ਫਤਿਹ ਕਰਨੀ, ਰਾਜ ਪਾ, ਇਹ ਸਭ ਕੁਦਰਤੀ ਤੌਰ ਤੇ ਅੰਦਰੂਨੀ ਤਾਕਤਾਂ ਦੇ ਨਤੀਜੇ ਨੇ। ਕੋਈ ਮਨੁੱਖ ਕਵੇ ਨਾ ਵੀ ਮੈਂ ਆਪਣੀ ਮੱਤ ਨਾਲ ਇਹ ਸਭ ਕੁਝ ਕੀਤਾ, ਸੱਚ ਜਾਣੋ ਮਹਾਰਾਜ ਕਹਿੰਦੇ ਨੇ ਕਦੇ ਵੀ ਆਪਣੀ ਮੱਤ ਨਾਲ ਮਨੁੱਖ ਕੁਝ ਨਹੀਂ ਕਰ ਸਕਦਾ। ਇਹਨੂੰ ਹੀ ਪ੍ਰਮਾਤਮਾ ਦੀ ਕਿਰਪਾ ਕਿਹਾ ਜਾਂਦਾ। ਜਦੋਂ ਕਿਸੇ ਨੂੰ ਪ੍ਰਮਾਤਮਾ ਅੰਦਰੋਂ ਬਲ ਦੇ ਦਿੰਦਾ, ਉਹ ਫਿਰ ਸਭ ਕੁਝ ਕਰਨ ਵਿੱਚ ਸਮਰੱਥ ਹੁੰਦਾ। ਤੇ ਜੇ ਕਿਤੇ ਕੋਈ ਗੁਸਤਾਖੀ ਕਰ ਬੈਠੇ ਤੇ ਕਈ ਵਾਰ ਉਹ ਬਲ ਫਿਰ ਵਾਪਸ ਵੀ ਖਿੱਚ ਲੈਂਦਾ ਹੈ। ਇਹ ਉਹਦੀ ਖੇਡ ਹੈ। ਸੋ ਇਸ ਵਿਧ ਮਹਾਰਾਜ ਨੇ ਉਹਦੀ ਸਾਰੀ ਤਾਕਤ ਵਾਪਸ ਖਿੱਚ ਲਈ ਤੇ ਉਹਨੂੰ ਕਹਿਣ ਲੱਗੇ, ਚੰਗਾ ਭਾਈ ਸਿੱਖਾ, ਜੇ ਤੂੰ ਸਾਡੀ ਬੇਅਦਬੀ ਨਹੀਂ ਵੇਖ ਸਕਦਾ ਤੇ ਉਹ ਔਰੰਗਜ਼ੇਬ ਦਾ ਦਰਬਾਰ ਦਿੱਲੀ ਵਿੱਚ ਹੈ, ਉਧਰ ਲਾਹੌਰ, ਜੋ ਤੇਰਾ ਜੀ ਕਰਦਾ ਤੂੰ ਕਰ ਲੈ, ਅਸੀਂ ਤੈਨੂੰ ਮਨਾ ਨਹੀਂ ਕਰਦੇ ਹਾਂ। ਟਕਰਾਵੋ ਪੁਰਜੇ ਬੜ ਦੋਵੈ। ਟਕਰਾਵੋ ਭਾਵ ਤੁਸੀਂ ਟਕਰਾ ਸਕਦੇ ਹੋ ਦੋਵਾਂ ਥਾਵਾਂ ਤੇ। ਜਿਹੜੇ ਜਿਹੜੇ ਬਾਦਸ਼ਾਹ ਬੈਠੇ ਨੇ ਇਹਨਾਂ ਥਾਵਾਂ ਤੇ, ਇੱਧਰ ਸਿਰਮੌਰ ਬਾਦਸ਼ਾਹ ਔਰੰਗਜ਼ੇਬ ਹੈ, ਉਧਰ ਦਾ ਸੂਬੇਦਾਰ ਹੋਰ ਹੈ। ਟਕਰਾਵ ਕਰਕੇ ਵੇਖ ਲਓ, ਜੇ ਜਿੱਤਿਆ ਜਾਂਦਾ ਹੈ ਤੇ। ਇਮ ਸੁਣ ਕੇ ਬੋਲਿਓ ਕਰ ਜੋਰ। ਹੁਣ ਅੰਦਰ ਵਾਲੀ ਤਾਕਤ ਪਹਿਲੇ ਗਈ ਚਲੀ ਸੀ, ਤੇ ਹੁਣ ਅੰਦਰੋਂ ਪਤਾ ਲੱਗ ਗਿਆ ਵੀ ਇਹਦੇ ਸਭ ਕੁਝ ਗਵੀਚ ਗਿਆ ਹੈ। ਫਿਰ ਹੱਥ ਜੋੜ ਬੈਠਾ ਉਸੇ ਵਕਤ ਹੀ। ਭਾਈ ਸਾਹਿਬ ਜੀ ਕਹਿ ਰਹੇ ਨੇ, ਇਮ ਸੁਣ ਕੇ ਬੋਲਿਓ ਕਰ ਜੋਰ। ਹੱਥ ਜੋੜ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਦੀਨ ਹੋ ਕਰਕੇ ਇਉਂ ਕਹਿ ਰਿਹਾ ਹੈ, ਭਇਓ ਦੀਨ ਦਿਖ ਤਿਨ ਮੁਖ ਔਰ। ਚਿੰਨ ਇਹ ਖਿੰਨ ਸਮੇਂ ਦੇ ਵਿੱਚ ਹੀ ਮੁੱਖ ਦੇ ਜਿਹੜੇ ਚਿੰਨ ਨੇ ਉਹ ਬਦਲ ਚੁੱਕੇ ਨੇ। ਰੂਹਾਨੀਅਤ ਜਿਹੜੀ ਸੀ, ਜਿਹੜਾ ਬਲ ਅੰਦਰੋਂ ਠਾਠਾ ਮਾਰ ਰਿਹਾ ਸੀ, ਜਿਹੜੇ ਜ਼ੋਰ ਨਾਲ ਬਾਤਾਂ ਕਰ ਰਿਹਾ ਸੀ, ਉਹ ਵੀ ਗਿਆ। ਤੇ ਜਿਹੜਾ ਮਨੁੱਖ ਦਾ ਅੰਦਰ ਹੈ ਉਹ ਮੁਰਝਾ ਗਿਆ, ਤੇ ਮਾਨੋ ਚਿਹਰੇ ਦੇ ਉੱਪਰ ਵੀ ਚਿੰਤਾ ਛਾ ਗਈ। ਐਸਾ ਹੀ ਹੁੰਦਾ ਹੈ ਜਦੋਂ ਬਲ ਹੁੰਦਾ ਹੈ ਨਾ, ਉਦੋਂ ਮਨੁੱਖ ਦਾ ਮਨੁੱਖ ਕੁਝ ਹੋਰ ਹੁੰਦਾ। ਜਦੋਂ ਬਲ ਖਤਮ ਹੋ ਜਾਏ ਉਦੋਂ ਚਿੰਤਾ ਤੁਰ ਹੋ ਜਾਈਦਾ। ਤੇ ਇਕੱਲਾ ਇਹ ਰੂਹਾਨੀਅਤ ਦੇ ਬਲ ਦੀ ਗੱਲ ਨਹੀਂ, ਜੇ ਗੁਰਮੁਖੋ ਰੂਹਾਨੀਅਤ ਵਿੱਚ ਤੇ ਕੁਝ ਵਾਪਰਦਾ ਹੀ ਵਾਪਰਦਾ। ਸੰਸਾਰਿਕ ਤਾਣ ਦੀ ਵੀ ਜੇ ਅਸੀਂ ਗੱਲ ਕਰੀਏ, ਜਦੋਂ ਮਨੁੱਖ ਕੋਲੇ ਕੋਈ ਸੰਸਾਰਿਕ ਬਲ ਹੋਵੇ, ਉਦੋਂ ਉਹਦੇ ਮੁੱਖ ਦੀ ਰੂਹਾਨੀਅਤ, ਮੁੱਖ ਦੇ ਭਾਵ ਕੁਝ ਹੋਰ ਹੁੰਦੇ ਨੇ।
ਜਿਸ ਦਿਨ ਕਿਤੇ ਉਹ ਆਪਣੀ ਕੁਰਸੀ ਪਦਵੀ ਗਵਾ ਬੈਂਦਾ, ਉਸ ਦਿਨ ਉਹਦੀ ਰੂਹਾਨੀਅਤ, ਉਹਦੇ ਮੁਖ ਦੇ ਭਾਵ ਕੁਝ ਹੋਰ ਹੁੰਦੇ ਨੇ। ਸੋ ਜਿਹੜਾ ਪਹਿਲਾਂ ਦਾਅਵੇ ਕਰ ਰਿਹਾ ਸੀ, ਹੁਣ ਉਹ ਮਨੁੱਖ ਦਾ ਮੁਖ ਜਿਹੜਾ ਹੈ, ਉਹ ਸਿੱਖ ਦਾ ਮੁਖ ਜਿਹੜਾ ਚਿੰਤਾ ਤੁਰ ਹੋ ਗਿਆ ਹੈ। ਕਰਨ ਹਰਨ ਜਗ ਕੇ ਤੁਮ ਵਰਤਾ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਗੁਸਤਾਖੀ ਹੋ ਗਈ ਹੈ, ਗਲਤੀ ਹੋ ਗਈ ਹੈ। ਕੀ ਗਲਤੀ ਹੋਈ ਭਾਈ ਪੁਰਖਾ? ਗਲਤੀ ਇਹ ਹੋਈ ਹੈ ਵੀ ਕਰਨ ਵਾਲੇ ਵੀ ਤੁਸੀਂ ਸੋ ਤੇ ਕਰਾਉਣ ਵਾਲੇ ਵੀ ਤੁਸੀਂ ਹੋ। ਜਗ ਕੇ ਦੁਖ ਹਰ ਤੁਮ ਵਰਤਾ, ਦੋਵਾਂ ਪਾਸਿਆਂ ਦੇ ਵਿੱਚ ਵਰਤਦੇ ਤੁਸੀਂ ਹੀ ਹੋ ਜੀ। ਚਾਹੇ ਕਰੋ ਸਬਨ ਕੇ ਕਰਤਾ। ਜਿਹੜੇ ਸਾਡੇ ਵਰਗੇ ਕਈ ਵਾਰ ਮਤ ਕਰਕੇ ਜ਼ੋਰ ਲਾ ਕੇ ਕਹਿ ਦਿੰਦੇ ਨੇ ਵੀ ਅਸੀਂ ਕਰਦੇ ਹਾਂ, ਬਿਲਕੁਲ ਗਲਤ ਹੈ ਗੁਰਮੁਖੋ, ਬਿਲਕੁਲ ਗਲਤ ਹੈ। ਕਿਉਂ ਹੈ? ਕਿਉਂਕਿ ਕਰਤਾ ਕਰਵਾਉਂਦਾ ਹੈ ਤੇ ਅਸੀਂ ਕੁਝ ਕਰ ਸਕਦੇ ਹਾਂ। ਜੇ ਉਹ ਨਾ ਕਰਵਾਵੇ ਤੇ ਸਾਡੇ ਕੋਲ ਕੋਈ ਤਾਕਤ ਹੈ ਨਹੀਂ ਵੀ ਅਸੀਂ ਕੁਝ ਕਰ ਸਕਾਂਗੇ। ਚਾਹੇ ਕਰਵਾਓ, ਸਭਨ ਕੋ ਕਰਤਾ, ਸਾਰਿਆਂ ਦੇ ਵਿੱਚ ਕਰਤਾ ਪੁਰਖ। ਇਸੇ ਲਈ ਪ੍ਰਮਾਤਮਾ ਨੂੰ ਆਪਾਂ ਕਰਤਾ ਪੁਰਖ ਵੀ ਕਹਿ ਦਿੰਦੇ ਹਾਂ, ਕਿਉਂਕਿ ਕਰ ਰਿਹਾ, ਆਪਣੀ ਮੌਜ ਵਿੱਚ ਬਹੁਤ ਕੁਝ ਕਰ ਰਿਹਾ। ਕਿਹਦੇ ਕੋਲੋਂ ਕੀ ਕਰਵਾ ਰਿਹਾ, ਕਿਵੇਂ ਕਰਵਾ ਰਿਹਾ, ਕਿਸ ਨੂੰ ਕਿਤਨਾ ਬਲ ਦਿੱਤਾ ਹੈ, ਕਿਵੇਂ ਉਹਦਾ ਬਲ ਖੋਹ ਲੈਂਦਾ, ਕਿਵੇਂ ਉਹਨੂੰ ਇਹ ਸਭ ਉਹਦੀ ਮੌਜ ਹੈ ਜੀ। ਲਖੀ ਨ ਮਹਿਮਾ ਅਧਿਕ ਪ੍ਰਤਾਪਾ। ਹੱਥ ਜੋੜ ਕਰ ਦੀਨ ਹੋਕਰ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਕੀ ਮਹਿਮਾ ਮੈਂ ਜਾਣ ਨਹੀਂ ਸਕਿਆ। ਆਪ ਜੀ का प्रताप, आप जी की वडियाई मैं अजान सा भुल गया हाँ जी। करियो जनावन को मैं आपा। हाँ, ये मैं बिल्कुल वड्डी भुल कीती है। मैं आप जी के सन्मुख खड़ा होके आपा जनाउणा चाहया है जी। करो सहाय गुरु की अबै। हुण महाराज किरपा करो, आप सहायता करो, क्योंकि हुण ना ते मेरे अंदर दिल्ली जितन की समर्था ते ना लाहौर नूं मुख करन दी। ਇਸ ਲਈ ਜੋ ਆਪ ਚਾਹੋ, ਜਿਵੇਂ ਚਾਹੋ, ਆਪ ਹੀ ਸਹਾਇਤਾ ਕਰੋ ਜੀ। ਹਾਤੋ ਤੁਰਕ ਜੇ ਦੋਖੀ ਸਬੈ। ਆਪ ਕਿਰਪਾ ਕਰੋ ਤੇ ਇਹਨਾਂ ਤੁਰਕਾਂ ਦਾ, ਇਹਨਾਂ ਦੋਖੀਆਂ ਦਾ ਨਾਸ ਹੋ ਸਕਦਾ, ਵਰਨਾ ਸਾਡੇ ਵਰਗੇ ਸੰਸਾਰਿਕ ਜੀਵਾਂ ਵਿੱਚ ਇਹ ਤਾਕਤ ਕਿੱਥੇ ਹੈ। ਹੁਣ ਵੇਖੋ, ਇੱਥੇ ਹੀ ਫਰਕ ਪੈ ਗਿਆ ਨਾ। ਜਿਹੜਾ ਪਹਿਲਾਂ ਕਹਿ ਰਿਹਾ ਮੈਂ ਸਭ ਨੂੰ ਖਤਮ ਕਰ ਸਕਦਾ, ਕੀ ਬਜ਼ੁਰਗ, ਇਸਤਰੀਆਂ, ਤੁਰਕ, ਬੱਚੇ ਸਭ, ਹੁਣ ਕਹਿ ਰਿਹਾ ਵੀ ਮਹਾਰਾਜ ਮੇਰੇ ਕੋਲ ਕੋਈ ਤਾਕਤ ਹੈ ਨਹੀਂ ਹੈ। ਐਸੀ ਕਰੋ ਇਨੋ ਕੇ ਸੰਗ। ਜੇ ਆਪ ਕਰੋ ਤੇ ਕਰੋ ਵੀ ਐਸੀ ਇਹਨਾਂ ਦੇ ਨਾਲ, ਕਿਉਂਕਿ ਇਹ ਜ਼ੁਲਮ ਕਰਦੇ ਹਨ। ਜੜ ਸਮੇਤ ਤਰ ਸਗਰੋ ਪੰਗ। ਆਪ ਕਰ ਸਕਦੇ ਹੋ ਜੜ ਸਮੇਤ। ਜੜ ਦਾ ਮਤਲਬ ਹੈ ਵੀ ਜੜ ਕੱਢ ਦੇਣੀ। ਜਿਵੇਂ ਕੋਈ ਰੁੱਖ ਹੈ ਨਾ, ਤੇ ਆਪਾਂ ਉਹਨੂੰ ਜਦੋਂ ਮੁੱਢ ਮੂਲ ਖਤਮ ਕਰਨਾ ਚਾਹੀਏ, ਫਿਰ ਆਪਾਂ ਕਹਿੰਦੇ ਇਹਦੀ ਜੜ ਪੱਟੋ, ਦੁਬਾਰਾ ਨਾ ਹਰਿਆ ਹੋਵੇ। ਇਸ ਵਿੱਚ ਜੜ ਸਮੇਤ ਤਰ ਸਗਰੋ ਪੰਗ। ਇਹ ਤੁਰਕਾਂ ਦੀ ਜਿਹੜੀ ਜੜ ਲੱਗੀ ਹੈ ਨਾ ਇਸ ਦੇਸ਼ ਵਿੱਚ, ਆਪ ਕਿਰਪਾ ਕਰੋ ਇਹਨਾਂ ਦੀ ਜੜ ਹੀ ਪੱਟ ਦੇਵੋ, ਭਾਵੇਂ ਇਹਨਾਂ ਦੇ ਰਾਜ ਹੀ ਤੇਜ ਹੀ ਨਾਸ ਕਰ ਦੇਵੋ, ਤਾਂ ਜੋ ਇਹ ਦੁਬਾਰਾ ਇੱਦਾਂ ਤਖਤਾਂ ਤੇ ਬਹਿ ਕਰਕੇ ਆਮ ਪ੍ਰਜਾ ਦੇ ਉੱਪਰ ਜ਼ੁਲਮ ਨਾ ਕਰਨ, ਤਸ਼ੱਦਦ ਨਾ ਕਰਨ ਜੀ। ਭਈ ਸਕਤ ਜਾਓ ਮੈਂ ਮੋਹ ਭਾਰੀ। ਮਹਾਰਾਜ ਇਹ ਕੋਈ ਖੇਡ ਬਣੀ, ਮੈਨੂੰ ਬਹੁਤ ਭਾਰੀ ਸ਼ਕਤੀ ਤਾਕਤ ਮਿਲ ਗਈ ਸੀ। ਸਰਬ ਜਥਾਰਥ ਗਿਰਾ ਉਚਾਰੀ। ਤੇ ਉਸ ਤਾਕਤ ਦੇ ਮਾਣ ਦੇ ਨਾਲ ਮੈਂ ਆਪ ਜੀ ਕੇ ਸਨਮੁਖ ਖੜੇ ਹੋ ਕਰਕੇ ਸਭ ਕੁਝ ਬੋਲ ਬੈਠਾ ਹਾਂ। ਰਾਵਰ ਨੇ ਬਾਹੂ ਮਮ ਗਹੀ। ਮਹਾਰਾਜ ਆਪ ਜੀਆਂ ਨੇ ਪਤਾ ਨਹੀਂ ਕੀ ਖੇਡ ਵਰਤਾਈ ਹੈ, ਕੁਝ ਬੋਲੇ ਵੀ ਨਹੀਂ, ਮੁਸਕਰਾਉਂਦਿਆਂ ਹੋਇਆਂ ਕੇਵਲ ਮੇਰੀ ਬਾਹ, ਮੇਰਾ ਹੱਥ ਫੜਿਆ ਹੈ। ਭਇਓ ਰੰਕ ਨਾ ਸਕਤ ਕਛ ਰਹੀ। ਬਸ ਹੱਥ ਫੜਦਿਆਂ ਹੀ ਮੈਂ ਤੇ ਭਿਖਾਰੀ ਬਣ ਗਿਆ। ਰੰਕ ਭਿਖਾਰੀ ਬਣ ਗਿਆ। ਸ਼ਕਤ ਹੁਣ ਕੁਝ ਨਹੀਂ ਹੈ ਇਸ ਅੰਦਰ, ਇਹ ਤੇ ਆਮ ਮਨੁੱਖਾਂ ਵਰਗਾ ਹੋ ਗਿਆ। ਤੇ ਹੰਕਾਰ ਇਸੇ ਤਰ੍ਹਾਂ ਮਨੁੱਖ ਨੂੰ ਨਾਸ਼ ਕਰਦਾ ਗੁਰੂ। ਸੋ ਇਸ ਵਿਧ ਹੁਣ ਮੈਂ ਤੇ ਭਿਖਾਰੀ ਬਣ ਚੁੱਕਾ ਹਾਂ, ਮੇਰੇ ਪਾਸ ਕੋਈ ਤਾਕਤ ਨਹੀਂ ਹੈ ਜੀ। ਅਖਲ ਬਿਨਾਸਿਓ ਜੋ ਮਮ ਦਾਪ। ਜੋ ਕੁਝ ਆਪ ਜੀਆਂ ਨੇ ਦਿੱਤਾ ਸੀ ਤੇ ਆਪ ਜੀ ਕੇ ਤੇਜ ਪ੍ਰਤਾਪ ਸਹਿਤ ਹੀ ਉਹ ਸਭ ਖਤਮ ਹੋਇਆ, ਭਾਵ ਵਾਪਸ ਜਾਂਦਾ ਰਿਹਾ ਹੈ। ਜਿਮ ਬਾਂਛਤ ਤਿਮ ਵਰਤੋ ਆਪ। ਜਿਮ ਬਾਂਛਤ, ਜਿਵੇਂ ਆਪ ਦਿੰਦੇ ਹੋ ਉਸੇ ਤਰ੍ਹਾਂ ਹੀ ਲੈ ਲੈਂਦੇ ਹੋ। ਇਸ ਲਈ ਇਹ ਸਾਰਾ ਵਰਤਾਰਾ, ਸਾਰੀ ਜੁਗਤ ਆਪ ਜੀ ਕੀ ਹੈ, ਤੇ ਅੱਗੇ ਵੀ ਆਪ ਆਪਣੀ ਮੌਜ ਵਿੱਚ ਹੀ ਜੋ ਕਰੋ, ਜੋ ਆਪ ਜੀਆਂ ਨੂੰ ਭਾਉਂਦਾ ਹੈ। ਧੀਰਜ ਸਹਿਤ ਗੰਭੀਰ ਉਧਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਧੀਰਜ ਵਿੱਚ, ਬੜੀ ਗੰਭੀਰਤਾ ਵਿੱਚ ਇਹ ਸਭ ਕੁਝ ਸੁਣ ਵੀ ਰਹੇ ਨੇ, ਵੇਖ ਵੀ ਰਹੇ ਨੇ, ਤੇ ਇਹ ਕੌਤਕ ਵੀ ਵਰਤਾ ਦਿੱਤਾ ਹੈ ਜੀ। ਕਵਨ ਲਖੈ ਪ੍ਰਵਾਇਕ ਤੁਮਾਰਾ। ਇਸੇ ਕਹਿ ਰਿਹਾ ਸੀ ਮਹਾਰਾਜ, ਕਿਹੜਾ ਐਸਾ ਸੰਸਾਰ ਦਾ ਮਨੁੱਖ ਹੈ ਜਿਹੜਾ ਗੁਰੂ ਨੂੰ ਜਾਣ ਲਵੇ। ਜਿਵੇਂ ਗੁਰੂ ਦੀ ਕਰਨੀ ਕੀ ਹੈ, ਬਾਣੀ ਵਿੱਚ ਵੀ ਮਹਾਰਾਜ ਨੇ ਇੱਕ ਬੜਾ ਪਿਆਰਾ ਸ਼ਬਦ ਲਿਖਿਆ, ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸਿੱਖ ਦੀ ਕੀ ਮਜਾਲ ਹੈ, ਗੁਰੂ ਦੀ ਤਾਕਤ ਨੂੰ ਮਿਣ ਤੋਲ ਸਕੇ।
ਸਿੱਖ ਕੋਲ ਕਿਹੜੀ ਪਾਇਆ, ਗੁਰੂ ਦੀ ਤਾਕਤ ਦਾ ਅੰਦਾਜ਼ਾ ਲਾ ਕੇ ਕਵੇ ਜਾਂ ਭਵਿੱਖਤ ਵਿੱਚ ਇਹ ਜੋ ਵਰਤਾਰਾ ਮਹਾਰਾਜ ਨੇ ਵਰਤਾਉਣਾ ਕੋਈ ਦੱਸ ਸਕੇ। ਇਸ ਲਈ ਸਾਡੇ ਪਾਸ ਕੋਈ ਵੀ ਸਮਰੱਥਾ ਨਹੀਂ ਹੈ ਜੀ। ਰਚਿਓ ਭਵਿੱਖਿਅਤ ਕਿਆ ਸੋ ਬਿਰਤਾਂਤ। ਜੋ ਭਵਿੱਖਤ ਸਮੇਂ ਦਾ ਵਰਤਾਂਤ ਹੈ, ਜਿਵੇਂ ਜਿਵੇਂ ਆਪ ਜੀਆਂ ਦੀ ਮੌਜ ਹੋਈ ਰਚਿਆ, ਆਪ ਜੀਆਂ ਨੇ ਕਿਹਾ ਉਹ ਸਭ ਕੁਝ ਹੋਇਆ ਹੈ ਜੀ। ਨਹਿ ਕੋ ਜਾਣ ਸਕੈ ਅਸਭਾਂਤ। ਲੇਕਿਨ ਇਹ ਸਭ ਆਪ ਜੀਆਂ ਨੇ ਜਣਾਇਆ ਤਾਂ ਪਤਾ ਲੱਗਿਆ, ਵਰਨਾ ਉਵੇਂ ਇਹ ਵੀ ਬਾਤ ਕੋਈ ਨਹੀਂ ਜਾਣ ਸਕਦਾ। ਤੇ ਸੱਚ ਹੈ ਗੁਰਮੁਖੋ, ਸਾਨੂੰ ਵੀ ਸਾਡੇ ਜੀਵਨ ਅੰਦਰ ਬਹੁਤ ਕੁਝ ਐਸਾ ਮਿਲਦਾ ਹੈ ਜਿਹਨੂੰ ਪਾ ਕੇ ਅਸੀਂ ਹੰਕਾਰ ਕਰਦੇ ਹਾਂ, ਤੇ ਕਈ ਵਾਰ ਫਿਰ ਸਾਡੇ ਨਾਲ ਵੀ ਐਸਾ ਹੀ ਹੁੰਦਾ ਹੈ। ਗੁਰੂ ਸੂਰਜ ਦੇ ਸਾਹਮਣੇ ਆ ਕੇ ਦੀਵੇ ਆਪਣੀ ਹੋਂਦ ਵਿਖਾਉਣ ਬਹਿ ਜਾਂਦੇ ਆ। ਐਸਾ ਹੁੰਦਾ ਹੈ ਕਿਸੇ ਕਾਰਨ ਕਰਕੇ ਵੀ, ਧਨ ਕਰਕੇ ਵੀ, ਤਨ ਕਰਕੇ ਵੀ, ਬੁੱਧੀ ਕਰਕੇ ਵੀ, ਤਾਣ ਕਰਕੇ ਵੀ, ਮਾਣ ਕਰਕੇ ਵੀ। ਬੜੀ ਵਾਰ ਗੁਰੂ ਦੇ ਸਾਹਮਣੇ ਹੋ ਕੇ ਫਿਰ ਅਸੀਂ ਇਉਂ ਕਰਦੇ ਹਾਂ ਵੀ ਜਿਹਨੇ ਦਿੱਤਾ ਉਹਨੂੰ ਹੀ ਦੀਵਾ ਵਿਖਾਉਣਾ। ਸੋ ਇਸ ਵਿੱਚ ਮਹਾਰਾਜ ਜਿਵੇਂ ਆਪ ਬਖਸ਼ਦੇ ਹੋ ਜੀ। ਸ੍ਰੀ ਗੁਰੂ ਤੇਗ ਬਹਾਦਰ ਸੁਣ ਕੇ। ਮਹਾਰਾਜ ਨੇ ਹੁਣ ਇਹ ਸਿੱਖ ਦੇ ਬਚਨ ਸੁਣੇ ਹਨ। ਪਹਿਲੇ ਵੀ ਮਹਾਰਾਜ ਨੇ ਸੁਣੇ ਨੇ ਜੋ ਹੰਕਾਰ ਵਿੱਚ ਬੋਲ ਰਿਹਾ ਸੀ। ਹੁਣ ਫਿਰ ਦੁਬਾਰਾ ਮਹਾਰਾਜ ਨੇ ਇਸ ਦੀ ਬਿਨਤੀ ਸੁਣੀ ਹੈ ਜੀ। ਕੀਨ ਜਨਾਵਨ ਤਿਸ ਕੋ ਪਨ ਕੈ। ਫਿਰ ਮਹਾਰਾਜ ਨੇ ਹੁਣ ਇਹ ਸਿੱਖ ਨੂੰ ਅਸਲ ਤੱਤ ਗਿਆਨ ਦੇਣ ਦੇ ਲਈ ਆਪਣੇ ਮੁਖ ਤੋਂ ਕੁਝ ਬਚਨ ਵੀ ਕਹੇ ਹਨ। ਸਰਦਾ ਧਾਰ ਸੰਗ ਤੈ ਆਇਓ। ਮਹਾਰਾਜ ਨੇ ਕਿਹਾ ਕਿ ਵੇਖ ਭਾਈ ਸਿੱਖਾ, ਬਾਤ ਇਹ ਹੈ, ਤੁਸੀਂ ਸਾਡੇ ਦਰਸ਼ਨ ਕਰਨ ਦੇ ਲਈ ਸੰਗਤ ਨਾਲ ਬੜੀ ਸ਼ਰਧਾ ਲੈ ਕਰਕੇ ਆਏ ਹੋ। ਸਿੱਖੀ ਧਰਮ ਭਲੇ ਨਿਭਾਓ। ਤੇ ਜੇ ਆਪ ਇੱਥੇ ਆਏ ਹੋ, ਦਰਸ਼ਨ ਕੀਤੇ ਹਨ, ਸਿੱਖ ਬਣੇ ਹੋ, ਤੇ ਸਿੱਖੀ ਦੇ ਧਰਮ ਵਿੱਚ ਵੀ ਮਰਿਆਦਾ ਅਨੁਸਾਰ ਰਹਿਣਾ ਸਿੱਖ ਲਓ। ਕਿਉਂਕਿ ਸਿੱਖੀ ਦਾ ਜਿਹੜਾ ਧਰਮ ਹੈ ਨਾ, ਪਵਿੱਤਰ ਬਾਣੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਬੜਾ ਪਿਆਰਾ ਦਿੱਤਾ। ਵਾਹਿਗੁਰੂ ਗੁਰੂ ਸ਼ਬਦ ਲੈ, ਜਿਹੜਾ ਸਿੱਖ ਹੈ ਪਰਮ ਪ੍ਰੀਤਾ ਚੁੱਪ ਚਬੋਲਾ। ਭਾਵ ਜੇ ਸਿੱਖੀ ਵਿੱਚ ਰਹਿਣਾ ਹੈ ਤੇ ਸਿੱਖ ਬਣਨਾ ਸਿੱਖ ਲਓ, ਨਾ ਕਿ ਗੁਰੂ ਨੂੰ ਮਾਤ ਪਾਉਣੀ ਸਿੱਖੋ। ਇਹ ਬੜਾ ਪਿਆਰਾ ਨੁਕਤਾ ਹੈ। ਜੇ ਅਸੀਂ ਸਿੱਖ ਰਹਿਣਾ ਹੈ ਨਾ ਤੇ ਸਿੱਖੀ ਦੇ ਸਿਧਾਂਤ ਦੇ ਅਨੁਸਾਰ ਹੋਈਏ, ਸਿੱਖੀ ਨੂੰ ਜੀਵਨ ਵਿੱਚ ਕਮਾਉਣਾ ਸਿੱਖੀਏ, ਜੋ ਗੁਰੂ ਕਹਿੰਦਾ ਹੈ ਉਸ ਅਨੁਸਾਰ ਹੀ ਹੋਣਾ ਸਿੱਖੀਏ। ਨਾ ਕਿ ਸਿੱਖੀ ਦੇ ਸਿਧਾਂਤ ਨੂੰ ਥੋੜਾ ਜਿਹਾ ਪੜ੍ਹ ਸਮਝ ਕੇ ਤੇ ਗੁਰੂ ਨੂੰ ਮਾਤ ਪਾਈਏ ਵੀ ਮਹਾਰਾਜ ਇੱਥੇ ਤੁਸੀਂ ਗਲਤ ਹੋਏ, ਮੈਂ ਠੀਕ ਕਰ ਦੇਣਾ। ਐਸਾ ਨਾ ਹੋਵੇ। ਸੋ ਮਹਾਰਾਜ ਨੇ ਕਿਹਾ ਕਿ ਭਾਈ ਜੇ ਸੰਗਤ ਨਾਲ ਆਏ ਹੋ, ਕਿਰਪਾ ਹੋਈ ਹੈ, ਤੇ ਇੱਥੇ ਜੋ ਸਿਖਾਇਆ ਜਾ ਰਿਹਾ ਉਹ ਸਿੱਖੋ। ਐਸਾ ਨਾ ਕਰੋ ਵੀ ਆਪ ਹੁਣ ਸਾਨੂੰ ਹੀ ਦੱਸੋ ਵੀ ਤੁਸੀਂ ਇੱਥੇ ਕੀ ਕਰ ਰਹੇ ਹੋ, ਸਭ ਕੁਝ ਮੈਂ ਠੀਕ ਕਰ ਦੇਣਾ। ਐਸਾ ਨਹੀਂ ਹੈ, ਇਹ ਸਿੱਖੀ ਦਾ ਸਿਧਾਂਤ ਹੀ ਨਹੀਂ ਹੈ ਜੀ। ਪੁਨ ਤੁਰਕਨ ਕੋ ਹੇਰ ਕੁਫੇਰ। ਹੁਣ ਤੁਸੀਂ ਵੇਖ ਰਹੇ ਹੋ ਇਹ ਜਿਹੜੇ ਤੁਰਕ ਜੋ ਕੁਝ ਕਰ ਰਹੇ ਹਨ, ਜੋ ਇਹਨਾਂ ਦੀ ਨੀਤੀ ਹੈ, ਤੇ ਜਿਵੇਂ ਜਿਵੇਂ ਵਰਤਾਰੇ ਵਰਤਾ ਰਹੇ ਹਨ, ਤੇ ਇਕੱਲਾ ਸਿੱਖ ਥੋੜਾ ਵੇਖ ਰਿਹਾ। ਇਸ ਤੋਂ ਪਹਿਲੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਮੰਨ ਰਹੇ ਹਨ, ਵੇਖ ਰਹੇ ਹਨ। ਸੋ ਮਹਾਰਾਜ ਕਹਿਣ ਲੱਗੇ ਇਹ ਸਭ ਕੁਝ ਤੇ ਭਾਈ ਸਾਨੂੰ ਵੀ ਦਿਖ ਰਿਹਾ ਹੈ ਜੀ। ਮਨ ਮੈਂ ਗਿਣਤੀ ਗਿਣਤ ਬਡੇਰ। ਲੇਕਿਨ ਅਸੀਂ ਆਪਣੀ ਮੌਜ ਵਿੱਚ ਸਹਿਜੇ ਵਿਚਰਦੇ ਇਹਨਾਂ ਤੱਕ ਗ੍ਰਿਫਤਾਰੀ ਤੱਕ ਪਹੁੰਚ ਗਏ ਹਾਂ, ਤੇ ਤੁਸੀਂ ਪਾਉਂਦਿਆਂ ਹੀ ਮਨ ਵਿੱਚ ਗਿਣਤੀਆਂ ਗਿਣਨੀਆਂ ਸ਼ੁਰੂ ਕਰ ਦਿੱਤੀਆਂ। ਸ਼ੰਕਾ ਕਰੀ ਹਮਾਰੇ ਮਾਹੇ। ਤੇ ਮਹਾਰਾਜ ਕਹਿਣ ਲੱਗੇ ਵੇਖ ਭਾਈ ਸਿੱਖਾ, ਤੁਸੀਂ ਸਾਡੇ ਤੇ ਸ਼ੰਕਾ ਕੀਤੀ ਸੀ। ਇਹ ਸ਼ੱਕ ਤੇ ਤਾਕਤ ਸਾਨੂੰ ਤਾਂ ਵਾਪਸ ਲੈਣੀ ਪਈ ਹੈ ਕਿਉਂਕਿ ਗੁਰੂ ਤੇ ਹੀ ਸ਼ੰਕਾ ਕਰ ਲਈ। ਮਨ ਵਿੱਚ ਆ ਗਿਆ ਨਾ ਵੀ ਪਤਾ ਨਹੀਂ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਤੇ ਇਹਨਾਂ ਨਾਲ ਟਾਕਰਾ ਕਰ ਜਾਣਦੇ ਨੇ ਕਿ ਨਹੀਂ, ਮੇਰੇ ਕੋਲ ਤਾਕਤ ਹੈ, ਚਲੋ ਮੈਂ ਹੀ ਇਹਨਾਂ ਦਾ ਤਖਤਾ ਉਲਟਾ ਮਾਰ ਦੇਣਾ। ਸੋ ਮਹਾਰਾਜ ਕਹਿਣ ਲੱਗੇ ਭਾਈ ਸਿੱਖਾ, ਇਹ ਤਾਂ ਸਭ ਕੁਝ ਹੋਇਆ ਕਿਉਂਕਿ ਤੁਸਾਂ ਨੇ ਪੂਰੇ ਗੁਰੂ ਨਾਨਕ ਦੀ ਗੱਦੀ, ਗੁਰੂ ਤੇਗ ਬਹਾਦਰ ਪੂਰੇ ਗੁਰੂ ਤੇ ਸ਼ੰਕਾ ਕੀਤੀ ਹੈ। ਇਹ ਸਮਰੱਥ ਹੈ ਕਹਿੰਦੋ ਨਾਹੇ। ਤੇ ਆਪ ਵਿਚਾਰ ਰਹੇ ਸੀ ਨਾ, ਕਿਉਂਕਿ ਮਹਾਰਾਜ ਤੇ ਅੰਤਰਜਾਮੀ ਨੇ ਜਦੋਂ ਸੰਗਤ ਵਿੱਚ ਆਉਂਦੇ ਸੀ, ਜਿੰਨੀ ਸ਼ਕਤ ਤੁਹਾਨੂੰ ਮਿਲ ਗਈ ਸੀ, ਤੁਸੀਂ ਉਹ ਸ਼ਕਤ ਪਾ ਕਰਕੇ, ਤਾਕਤ ਪਾ ਕਰਕੇ ਵਿਚਾਰਦੇ ਸੀ ਵੀ ਪਤਾ ਨਹੀਂ ਇਹ ਸਮਰੱਥ ਵੀ ਹੈਗੇ ਨੇ ਕਿ ਨਹੀਂ, ਪਤਾ ਨਹੀਂ ਇਹ ਹਕੂਮਤ ਨਾਲ ਲੜ ਵੀ ਸਕਣਗੇ ਕਿ ਨਹੀਂ, ਪਤਾ ਨਹੀਂ ਇਹਨਾਂ ਦੀ ਜਿੱਤ ਹੋਵੇਗੀ ਵੀ ਕਿ ਨਹੀਂ। ਇਹ ਸਭ ਸ਼ੰਕਾ ਸੀ ਸਿੱਖ ਦੇ ਅੰਦਰ ਤਾਂ, ਤੇ ਸ਼ੰਕੇ ਗ੍ਰਸਤ ਹੋ ਕਰਕੇ ਉਸਨੇ ਫਿਰ ਮਹਾਰਾਜ ਜੀ ਕੇ ਸਨਮੁਖ ਇਹ ਬਾਤ ਕਹੀ ਹੈ। ਜਾਂ ਤੇ ਛੀਲਕ ਤੋ ਦਿਸ ਗੇਰੇ। ਜਾਂ ਤੇ ਇਸ ਕਰਕੇ ਨਾ, ਜਿਵੇਂ ਇਹ ਜਿਹੜਾ ਸ਼ੰਕਾ ਸੀ ਤੇ ਇਹ ਸ਼ੰਕੇ ਨੂੰ ਅਸੀਂ ਨਿਵਰਤ ਕਰ ਦਿੱਤਾ ਹੈ।
ਭਾਵ ਜਿਹੜੇ ਤੇਰੇ ਅੰਦਰ ਭਰਮ ਪੈਦਾ ਹੋਇਆ ਸੀ ਨਾ, ਇਹ ਤਾਕਤ ਨੂੰ ਵਾਪਸ ਲੈ ਕਰਕੇ ਤੇ ਅਸੀਂ ਹੁਣ ਉਹ ਸੱਚ ਜਿਹੜਾ ਹੈ ਉਹ ਤੈਨੂੰ ਸਮਝਾਉਣ ਦਾ ਯਤਨ ਕਰ ਰਹੇ ਹਾਂ। ਤੈ ਕਬ ਆਗੇ ਊਖ ਨਾ ਹੀਰੇ। ਤੈ ਕਬ ਆਗੇ, ਕਿਉਂਕਿ ਅੱਜ ਤੋਂ ਪਹਿਲਾਂ ਤੁਸੀਂ ਕਦੇ ਇਹ ਚੀਜ਼ ਨੂੰ ਤੱਕਿਆ ਨਹੀਂ ਹੈ ਕਿ ਰਸ ਪਾ ਕੇ ਗੰਨੇ ਦੀ ਹੋਂਦ ਕੁਝ ਹੋਰ ਹੈ ਤੇ ਰਸ ਗਵਾ ਕੇ ਗੰਨੇ ਦੀ ਹੋਂਦ ਕੁਝ ਹੋਰ ਹੈ। ਇਸ ਨੂੰ ਕਦੇ ਵਿਚਾਰ ਕੇ ਵੇਖਣਾ ਗੁਰਮੁਖੋ। ਜਦੋਂ ਤੱਕ ਗੰਨਾ ਆਪਾਂ ਵੇਖਦੇ ਆ ਨਾ, ਉਹਦੇ ਵਿੱਚ ਰਸ ਭਰਿਆ ਹੋਇਆ ਹੈ, ਉਹਦੇ ਅੰਦਰ ਕਰੜਾਈ ਵੀ ਹੈ, ਉਹਦੇ ਅੰਦਰ ਤਾਣ ਵੀ ਹੈ, ਉਹਦਾ ਮੁੱਲ ਵੀ ਕੁਝ ਹੋਰ ਹੈ। ਤੇ ਰਸ ਗਵਾ ਕੇ ਗੰਨੇ ਦਾ ਮੁੱਲ ਕੀ ਰਹਿੰਦਾ, ਕਰੜਾਈ ਕਿੱਥੇ ਜਾਂਦੀ ਹੈ, ਰੂਪ ਕੀ ਰਹਿੰਦਾ, ਕੁਝ ਵੀ ਨਹੀਂ ਹੈ, ਕੋਈ ਮੁੱਲ ਥੋੜਾ ਨਾ ਉਹਦਾ। ਇਸ ਲਈ ਭਾਈ ਅਸੀਂ ਤੇ ਤੈਨੂੰ ਗਿਆਨ ਦੇ ਰਹੇ ਸੀ, ਤੈਨੂੰ ਸੱਚ ਦਿਖਾ ਰਹੇ ਸੀ ਵੀ ਐਸਾ ਨਹੀਂ। ਗੁਰਮਤ ਜਿਹੜੀ ਹੈ ਨਾ, ਗੁਰਮਤ ਇਹਦੀ ਵਿਆਖਿਆ ਬਹੁਤ ਡੂੰਘੀ ਹੈ ਗੁਰਮੁਖੋ। ਮਹਾਰਾਜ ਕਹਿਣ ਲੱਗੇ ਭਾਈ ਜੇ ਪ੍ਰਮਾਤਮਾ ਨੇ ਕੋਈ ਤੁਹਾਡੇ ਜੀਵਨ ਵਿੱਚ ਰਸ ਬਖਸ਼ਿਆ ਨਾ, ਤੇ ਐਵੇਂ ਨਾ ਇਹਦੀ ਦੁਰਵਰਤੋਂ ਕਰੋ, ਐਵੇਂ ਨਾ ਆਪਣੇ ਹੰਕਾਰ ਵਿੱਚ ਮੱਤੇ ਜਾਓ। ਗੁਰੂ ਦੇ ਹੁਕਮ ਵਿੱਚ ਰਹਿ ਕਰਕੇ ਇਸ ਰਸ ਨੂੰ ਮਾਨਣ ਦਾ ਯਤਨ ਕਰੋ ਜੀ। ਸਵਾਦ ਦੇਖਬੇ ਹਿਤ ਇਛ ਧਾਰੀ। ਤੇ ਇਸੇ ਤਰ੍ਹਾਂ ਅਸੀਂ ਵੀ ਇਹਦਾ ਸਵਾਦ ਵੇਖਣਾ ਚਾਹੁੰਦੇ ਸੀ। ਮੁਖ ਮੈਂ ਪਾਏ ਉਚਿਸ਼ਟ ਹਮਾਰੀ। ਤੇ ਮਹਾਰਾਜ ਨੇ ਪ੍ਰਸ਼ਾਦਾ ਛਕਣ ਤੋਂ ਉਪਰੰਤ ਗੰਨਾ ਛਕਿਆ ਵੀ ਹੈ, ਪਿੱਛੇ ਇਤਿਹਾਸ ਵਿੱਚ ਵੀ ਇਹ ਬਾਤ ਹੈ। ਸੋ ਇਹ ਸਾਰੇ ਦੀ ਸਾਰੀ ਖੇਡ ਜਿਹੜੀ ਹੈ ਮਹਾਰਾਜ ਕੀ ਆਪਣੀ ਰਚਾਈ ਹੋਈ ਹੈ। ਤਬ ਸ਼ਕਤੀ ਤੁਝ ਮੈਂ ਹੋਏ ਆਈ। ਤੇ ਮਹਾਰਾਜ ਕਹਿਣ ਲੱਗੇ ਜਿਸ ਵਕਤ ਅਸੀਂ ਇਹ ਕੌਤਕ ਵਰਤਾ ਰਹੇ ਸੀ ਤੇ ਤੁਸੀਂ ਸਭ ਕੁਝ ਵੇਖ ਰਹੇ ਸੀ, ਤੇ ਉਹ ਕਿਣਕਾ ਜਿਹੜਾ ਬਚਿਆ ਹੋਇਆ ਪ੍ਰਸ਼ਾਦੇ ਦਾ ਜਦੋਂ ਤੁਹਾਡੇ ਮੁਖ ਵਿੱਚ ਪਿਆ ਤੇ ਤੁਹਾਨੂੰ ਤਾਕਤ ਮਿਲ ਗਈ। ਚਹਿਤ ਜੋ ਹੋਤੋ ਅਬੈ ਦਿਖਰਾਈ। ਤੇ ਉਹ ਤਾਕਤ ਬਹੁਤਾ ਸਮਾਂ ਸਾਂਭ ਨਹੀਂ ਸਕੇ। ਉਸ ਤਾਕਤ ਨੂੰ ਲੈ ਕਰਕੇ ਖਿੰਨ ਸਮੇਂ ਵਿੱਚ ਹੀ ਆਪ ਇੱਥੇ ਆ ਕੇ ਸਾਨੂੰ ਹੀ ਕਹਿਣ ਲੱਗ ਪਿਆ ਵੀ ਅਸੀਂ ਲਾਹੌਰ ਦੇ ਤੇ ਦਿੱਲੀ ਦੇ ਬਾਦਸ਼ਾਹ ਨੂੰ ਖਤਮ ਕਰ ਦਿੰਦੇ ਹਾਂ। ਜਿਸ ਸਮੁੰਦਰ ਤੇ ਜਲ ਕਨ ਪਾਵੈ। ਮਹਾਰਾਜ ਕਹਿਣ ਲੱਗੇ ਭਾਈ ਸਿੱਖਾ, ਅਸਲ ਤੱਤ ਦੀ ਬਾਤ ਇਹ ਹੈ ਵੀ ਜਿਸ ਸਮੁੰਦਰ ਦੇ ਕੋਲੋਂ ਕਿਨਕਾ ਮਾਤਰ ਜਲ ਪ੍ਰਾਪਤ ਕੀਤਾ ਹੋਵੇ, ਉਨ ਤਿਸ ਆਗੈ ਗਰਭ ਜਨਾਵੈ। ਤੇ ਕੋਈ ਸਮੁੰਦਰ ਵਿੱਚੋਂ ਇੱਕ ਦੋ ਬੂੰਦਾਂ ਜਾਂ ਕਿਨਕਾ ਮਾਤਰ ਜਲ ਪ੍ਰਾਪਤ ਕਰਕੇ ਤੇ ਸਮੁੰਦਰ ਦੇ ਸਾਹਮਣੇ ਖੜਾ ਹੋ ਕੇ ਕਹੇ ਮੈਂ ਵੀ ਵੇਖ ਤੇਰੇ ਵਰਗਾ ਹੋ ਗਿਆ, ਮੇਰੇ ਕੋਲ ਵੀ ਬਹੁਤ ਕੁਝ ਹੈ, ਆਪਾਂ ਉਸ ਨੂੰ ਕੀ ਕਵਾਂਗੇ ਗੁਰਮੁਖੋ? ਉਹਦੇ ਲਈ ਕੀ ਸ਼ਬਦ ਵਰਤਾਂਗੇ? ਕਿਉਂਕਿ ਸਮੁੰਦਰ ਤੇ ਸਮੁੰਦਰ ਹੈ ਨਾ, ਸਮੁੰਦਰ ਵਿੱਚ ਕਿੰਨੀ ਕੁ ਸਮਰੱਥਾ ਹੈ। ਸਮੁੰਦਰ ਨੂੰ ਸਮੁੰਦਰ ਕਿਹਾ ਹੀ ਕਿਉਂ ਜਾਂਦਾ? ਕਿਉਂਕਿ ਉਹ ਪਾਣੀ ਦਾ ਭਰਿਆ ਹੋਇਆ ਹੈ। ਗੁਰੂ ਤੇ ਗੁਰੂ ਹੀ ਹੈ ਨਾ। ਗੁਰੂ ਦੇ ਸਨਮੁਖ ਸਿੱਖ ਇੱਕ ਅੱਧੀ ਰਿੱਧੀ ਸਿੱਧੀ ਪਾ ਕੇ ਤੇ ਦਾਅਵੇ ਕਰਨ ਬੈਠ ਜਾਏ, ਇਹਦਾ ਮਤਲਬ ਇਹ ਤੇ ਨਹੀਂ ਵੀ ਇਹ ਸਮੁੰਦਰ ਤੋਂ ਵੱਡਾ ਹੋ ਗਿਆ। ਮਹਾਰਾਜ ਕੇ ਕਹਿਣ ਤੋਂ ਭਾਵ ਹੈ ਭਾਈ ਸਿੱਖਾ, ਜਿਹੜੀ ਇੱਕ ਅੱਧੀ ਤਾਕਤ ਤੈਨੂੰ ਫੁਰੀ, ਤੂੰ ਉਹਦੇ ਨਾਲ ਹੀ ਇੰਨਾ ਮਾਨ ਕਰ ਲਿਆ, ਤੈਨੂੰ ਇਹ ਨਹੀਂ ਪਤਾ ਲੱਗਾ ਵੀ ਜਿਸ ਗੁਰੂ ਕੋਲੋਂ ਮੈਂ ਇਹ ਤਾਕਤਾਂ ਲੈ ਰਿਹਾ ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਜੇ ਉਹ ਚਾਹਵੇ ਤੇ ਉਹ ਆਪਣੇ ਇੱਕ ਬੋਲ ਨਾਲ ਹੀ ਇਸ ਔਰੰਗਜ਼ੇਬ ਬਾਦਸ਼ਾਹ ਦੇ ਤਖਤੇ ਮੁੱਦੇ ਮਾਰ ਸਕਦਾ ਹੈ, ਉਹਦੇ ਰਾਜ ਨੂੰ ਪਲਟਾ ਸਕਦਾ ਜੇ ਚਾਹਵੇ ਤੇ। ਲੇਕਿਨ ਜਦੋਂ ਸਮੁੰਦਰ ਸ਼ਾਂਤ ਹੈ, ਆਪਾਂ ਵੇਖਦੇ ਆ ਨਾ, ਜਦੋਂ ਤੱਕ ਸਮੁੰਦਰ ਸ਼ਾਂਤ ਹੈ ਜੋ ਮੌਜਾਂ ਮਰਜ਼ੀ ਕੀਤੀ ਜਾ ਉਹਦੇ ਤੇ। ਲੇਕਿਨ ਜਿੱਦਣ ਸਮੁੰਦਰ ਵਿੱਚ ਕਿਤੇ ਵਿਛਾਲ ਆ ਗਈ, ਫਿਰ ਨੇੜੇ ਤੇੜੇ ਉਹ ਕੱਖ ਵੀ ਨਹੀਂ ਰਹਿਣ ਦਿੰਦਾ, ਸਭ ਕੁਝ ਰੋੜ ਕੇ ਰੱਖ ਦਿੰਦਾ। ਸੋ ਗੁਰੂ ਸਮੁੰਦਰ ਦੀ ਨਿਆਈ ਹੈ। ਗੁਰੂ ਦੇ ਪਾਸ ਅਣਗਿਣਤ ਬਖਸ਼ਿਸ਼ਾਂ ਹਨ ਭਾਈ ਸਿੱਖਾ। ਜੇਕਰ ਸਾਨੂੰ ਕੁਝ ਇੱਕ ਅੱਧ ਮਿਲ ਜਾਂਦੀ ਹੈ ਤੇ ਉਹਦਾ ਮਾਣ ਨਹੀਂ ਕਰਨਾ ਚਾਹੀਦਾ ਜੀ। ਆਪਨ ਆਪ ਕੋ ਕਰੈ ਬਖਾਨੈ। ਇੱਕ ਆਧ ਤਾਕਤ ਪਾ ਕਰਕੇ ਆਪਣੀਆਂ ਬਾਤਾਂ ਕਰਨੀਆਂ, ਉਹਦੇ ਵਿਖਿਆਨ ਕਰਨੇ, ਕਹਿਣਾ ਮੈਂ ਹੀ ਕਰ ਸਕਦਾ। ਮਹਾਰਾਜ ਕਹਿਣਗੇ ਇਹ ਸਿੱਖੀ ਦੇ ਬਿਲਕੁਲ ਉਲਟ ਹੈ, ਇਹ ਸਿਧਾਂਤ ਨਹੀਂ ਹੈ। ਇਸ ਕਰਕੇ ਭਾਈ ਇੱਥੇ ਅਜੇ ਹੋਰ ਸਿੱਖਣ ਦੀ ਲੋੜ ਹੈ ਜੀ। ਜਿਸ ਤੇ ਲੀਨਸ ਤਿਸਨੈ ਜਾਣੈ। ਜਿਸ ਗੁਰੂ ਕੋਲੋਂ ਇਹ ਸਭ ਬਖਸ਼ਿਸ਼ਾਂ ਲਈਆਂ ਹਨ, ਪ੍ਰਾਪਤ ਕੀਤੀਆਂ ਹਨ, ਭਾਈ ਤੁਸੀਂ ਉਸ ਨੂੰ ਨਹੀਂ ਜਾਣਿਆ ਹੈ। ਤੇ ਜੇ ਨਹੀਂ ਜਾਣਿਆ ਤੇ ਗੁਰਮੁਖੋ ਸੱਚ ਜਾਣੋ, ਮਹਾਰਾਜ ਜੀਆਂ ਨੇ ਹੱਥ ਫੜ ਕੇ ਸਭ ਕੁਝ ਵਾਪਸ ਵੀ ਲੈ ਲਿਆ। ਮੈਂ ਆਰੰਭ 'ਚ ਬੇਨਤੀ ਕੀਤੀ ਸੀ ਕਿ ਸਾਖੀ ਭਾਵੇਂ ਹੈ ਇੱਕ ਸਿੱਖ ਦੀ ਵਾਰਤਾ, ਪਰ ਸਾਨੂੰ ਲੱਗਦਾ ਵੀ ਸਾਡੇ ਜੀਵਨ ਵਿੱਚ ਵੀ ਬੜੇ ਕੰਮ ਆਉਣ ਵਾਲੀ ਬਾਤ ਹੈ। ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਜ਼ਿੰਦਗੀ ਵਿੱਚ। ਚਲੋ ਜੇ ਆਤਮਿਕ ਸ਼ਕਤੀ ਦੀ ਗੱਲ ਕਰੀਏ, ਕੁਝ ਵਡਭਾਗੇ ਗੁਰਮੁਖ ਨੇ, ਉਹਨਾਂ ਪੱਲੇ ਹੈਗੀਆਂ ਵੀ ਨੇ, ਲੇਕਿਨ ਸੰਸਾਰਿਕ ਪੱਧਰ ਤੇ ਵੀ ਬਹੁਤ ਵੱਡੀਆਂ ਦਾਤਾਂ ਮਹਾਰਾਜ ਨੇ ਸਾਨੂੰ ਦਿੱਤੀਆਂ ਨੇ। ਕਦੀ ਵੀ ਕੁਝ ਐਸਾ ਨਾ ਕਰੀਏ ਵੀ ਗੁਰੂ ਨੂੰ ਲੱਗੇ ਵੀ ਆ ਵੇਖੋ ਮੈਥੋਂ ਲੈ ਕੇ ਤੇ ਮੇਰੇ ਸਾਹਮਣੇ ਦਾਅਵੇ ਕਰ ਰਿਹਾ ਹੈ। ਐਸਾ ਨਾ ਹੋਵੇ ਕਿ ਮਹਾਰਾਜ ਕੇ ਸਾਨੂੰ ਕੁਝ ਐਸਾ ਕਰੀਏ ਉਹਨਾਂ ਨੂੰ ਮਹਾਰਾਜ ਨੂੰ ਮਹਿਸੂਸ ਹੋਵੇ, ਕਿਉਂਕਿ ਫਿਰ ਉਸ ਵਕਤ ਮਹਾਰਾਜ ਕਲਾ ਵਰਤਾ ਦਿੰਦੇ ਨੇ, ਫਿਰ ਜਿਹੜੀ ਪਹਿਲੇ ਵਾਲੀ ਹੁੰਦੀ ਹੈ ਉਹ ਵੀ ਬਿਨਸ ਜਾਂਦੀ ਹੈ। ਸੋ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ। ਇਸ ਤੋਂ ਅੱਗੇ ਸਿੱਖ ਨੇ ਆਪਣੇ ਕੀਤੇ ਦੀ ਮੁਆਫੀ ਮੰਗੀ ਮਹਾਰਾਜ ਜੀਆਂ ਤੋਂ। ਉਸ ਤੋਂ ਉਪਰੰਤ ਮਹਾਰਾਜ ਨੇ ਆਪਣੇ ਮੁਖ ਤੋਂ ਹੋਰ ਗਿਆਨ ਦਿੱਤਾ।
ਫਿਰ ਜਿਹੜੇ ਔਰੰਗਜ਼ੇਬ ਦੇ ਸ਼ਾਹੀ ਐਲਕਾਰ ਲੈਣ ਦੇ ਲਈ ਆਏ ਸਨ, ਮਹਾਰਾਜਿਆਂ ਨੂੰ ਲੈ ਕਰਕੇ ਉਹਦੀ ਸਭਾ ਵਿੱਚ ਗਏ। ਉੱਥੇ ਕੁਝ ਵਿਚਾਰਾਂ ਹੋਈਆਂ, ਕੁਝ ਕਰਾਮਾਤਾਂ ਵੇਖਣ ਦੇ ਲਈ ਔਰੰਗਜ਼ੇਬ ਨੇ ਪਰਖਾਂ ਵੀ ਕੀਤੀਆਂ। ਫਿਰ ਜਿਵੇਂ ਜਿਵੇਂ ਉਹ ਵਿਚਾਰ ਚੱਲੀ, ਲੰਬੇਰੀ ਵਿਚਾਰ ਹੈ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਇਸ ਗ੍ਰੰਥ ਰਚਨਾ ਗੁਰਪ੍ਰਤਾਪ ਸੂਰਜ ਵਿੱਚ ਦਰਜ ਕੀਤਾ। ਯਤਨ ਕਰਾਂਗੇ ਇਹਨਾਂ ਸਮਿਆਂ ਦੌਰਾਨ ਸਾਰੀ ਵਿਥਿਆ, ਸਾਰਾ ਇਤਿਹਾਸ ਆਪ ਸੰਗਤਾਂ ਨਾਲ ਵਿਸਤਾਰ ਸਹਿਤ ਸਾਂਝਿਆਂ ਕਰਨ ਦਾ ਜੀ। ਅੱਜ ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਸਮਾਂ ਹੋ ਚੁੱਕਾ, ਗੁਰਬਾਣੀ ਦੀ ਕੀਰਤਨ ਸਰਵਣ ਕਰਨੇ ਨੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਪਨ ਆਪ ਕੋ ਕਰੈ ਬਖਾਨੈ, ਜਿਸ ਤੇ ਲੀਨਸ ਤਿਸ ਨਹਿ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।